ਹੁਣ ਆਮਰ ਉਹਨੂੰ ਕਿਉਂ ਨਹੀਂ ਪੁੱਛਦਾ ਕਿ ਤੂੰ ਮੈਨੂੰ ਸਬੂਤ ਦੇ ਜਾਂ ਤੂੰ ਮੈਨੂੰ ਸਬੂਤ ਨੇ ਆਬਦ ਨੇ ਖੁਸਰੀ ਨੇ ਕਿ ਤੂੰ ਕਿ ਮੈਂ ਗਾਂਡੂ ਆ ਨਾ, ਮੈਂ ਲੂਤੀ ਆ। ਉਹ ਇਕੱਠੇ ਬੈਠੇ ਹੋਏ ਨੇ ਤਾਂ ਅਸੀਂ ਕੀ ਸਮਝਾਂਗੇ ਇਸ ਚੀਜ਼ ਨੂੰ? ਇਸ ਤਰ੍ਹਾਂ ਸਮਝਣਾ ਚਾਹੀਦਾ ਮੱਝਾਂ ਮੱਝੀ ਦੀ ਭੈਣਾਂ ਹੁੰਦੀਆਂ ਨੇ। ਤੁਸੀਂ ਕਿਉਂ ਮੇਰੇ ਕੋਲ ਕੋਈ ਇਹੋ ਜਿਹੀ ਗੱਲ ਖਵਾਉਣਾ ਚਾਹ ਰਹੇ ਹੋ? ਇਹ ਗੱਲ ਕਰ ਰਿਹਾ ਕਿ ਉਹਨੇ ਜ਼ਾਹਦ ਜਮੀਲ ਥੱਲੇ ਦੰਦ ਕੱਢ ਰਿਹਾ ਹੈ ਕਿ ਦੇਖੋ ਇੱਕ ਫੈਸਲ ਡਾਰ ਤੋਂ ਉਹਦੇ ਕੋਲ ਨਹੀਂ ਗਿਆ। ਫੈਸਲ ਡਾਰ ਨੇ ਕਿਹਾ ਇਹ ਕੰਮ ਕਰਦਾ ਸੀ। ਆਬਦ ਨੇ ਕਿਹਾ ਹੁਸੈਨ ਨੇ ਕਿ ਯਾਰ ਮੈਂ ਗਵਾਹੀ ਦਿੰਦਾ ਹੈਗਾ, ਮੈਂ ਹਲਫ ਦਿੰਦਾ ਹੈਗਾ ਕਿ ਆਮਰ ਜਿਹੜਾ ਹੈਗਾ ਇਹ ਉਹਨੇ ਗਾਂਡੂ ਦਾ ਲਫ਼ਜ਼ ਲਿਆ ਸੀ, ਇਹ ਲੂਤੀ ਏ, ਇਹ ਗਾਂਡੂ ਏ। ਮੈਂ ਇਹਦੀ ਗਵਾਹੀ ਦਿੰਦਾ ਉਮਰ ਰਬਾਬ ਦੀ ਲਾਈਵ ਦੇ ਉੱਤੇ ਉਹਨੇ ਗੱਲ ਕੀਤੀ ਸੀ। ਹੁਣ ਉਹ ਜਿਹੜਾ ਆਬਦ ਹੁਸੈਨ ਹੈ ਉਹ ਹਰ ਰੋਜ਼ ਇਹਦੇ ਕੋਲ ਬੈਠਾ ਹੁੰਦਾ ਹੈ ਆਮਰ ਕੋਲ। ਓਏ 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 ਜ਼ਾਹਦ ਜਮੀਲ ਆਇਆ ਉੱਤੇ ਮੈਨੂੰ ਇਹਦੇ ਨਾਲ ਗੱਲ ਕਰਨ। हाँ जमीलिया ज़ाहद भाई की हाल चाल जी? ठीक हो? की हो गया यार आस्ट्रेलिया वाला की काम पाया जे? की होया आस्ट्रेलिया च? साहब पठान बड़े सुना को बड़ा बच्चा ना फड़या गया आस्ट्रेलिया ते छाननी दा एतराज बनदा अपने भाई दावा ही लेके अही खलीफे हाडी हकीकी जमात गुनाहगार कुछ भी हो सकता बहरीन भाई ओए अपने आप ਨੂੰ ਮੂਮਨ ਕਹਿੰਦੇ ਨਹੀਂ, ਬਗੈਰਤਾ ਮੂਮਨ ਕਹਿੰਦੇ ਨਹੀਂ। ਉਹ ਜਨਾਬ ਉਹ ਕੰਮ ਪਾਉਂਦੇ ਪਏ ਜਿਨ੍ਹਾਂ ਨੇ ਪਰਚੇ ਲਾਏ ਨੇ ਉੱਤੇ ਜੀ ਅਸੀਂ ਹਕੀਕੀ ਆ। ਹਕੀਕੀ ਠੀਕ ਹੈ, ਤੁਸੀਂ ਤੇ ਹਕੀਕੀ ਨਹੀਂ ਨਾ ਹੈ, ਤੁਸੀਂ ਮੰਨ ਗਏ ਹੋ ਤੁਸੀਂ ਹਕੀਕੀ ਨਹੀਂ ਹੈ यार सही गुनाहगार बंदे है ही किथे। हाँ नहीं तुही गुनाहगार है वो या नहीं, लेकिन ये तुही मान गए कि तुही हकीकी मुसलमान नहीं है। हकीकी ते वेख लेना ਤੁਹਾਨੂੰ ਕਿੰਨੇ ਦੀ ਹਕੀਕੀ ਹੋ। तुही सानू ना वेखो, तुही पहलू अपना तो दसो तुही हकीकी नहीं ना है। आई ले भला को भाई ले वको मैं ज़ाहिद जमील साहब इस चीज दे उत्ते तो तुही एग्री हो ना कि तुही हकीकी नहीं है। यार आस्ट्रेलिया सुना वो मैं दसना वा ना आस्ट्रेलिया करी जाना। आस्ट्रेलिया तू पहला पाकिस्तान आउंदा, पाकिस्तान च की हुंदा हर रोज ਇਹ ਪੁੱਛਿਆ ਮੈਂ ਤੈਨੂੰ। ਫਿਰ ਉਹੀ ਬਹਿਰੀਨ ਭਾਈ ਤੁਸੀਂ ਨਾ ਬੋਲਿਓ, ਇੱਕ ਮਿੰਟ ਮਿਊਟ ਕਰਿਓ, ਮੇਰੇ ਕੋਲ ਨਾ ਨੱਸਣਾ ਚਾਹ ਰਿਹਾ। ਜ਼ਾਹਦ ਭਾਈ ਤੁਹਾਨੂੰ ਮੈਂ ਕੋਈ ਗੱਲ ਪੁੱਛੀ, ਇਹ ਵੀ ਝੂਠ ਬੋਲਣ ਨੇ ਆ। ਤੇਰੀ ਵਾਲਦਾ ਮਾਜਦਾ ਨੇ ਫੋਨ ਕਰਕੇ ਪਤਾ ਲੱਗਿਆ ਹੁਣ ਮੈਨੂੰ ਕੀ ਪਤਾ। ਤੇਰੀ ਵਾਲਦਾ ਨੇ ਦੱਸਿਆ ਕੋਈ ਵਾਲਦਾ ਭੈਣ ਦੀ ਸੈਟਿੰਗ ਕਰਵਾਈ ਆ ਉਹਨਾਂ ਨਾਲ? ਨਿਦਾ ਨਸਰ ਨੇ ਦੱਸਿਆ ਮੈਨੂੰ। ਅੱਛਾ ਨਿਦਾ ਨਸਰ ਨੇ ਦੱਸਿਆ? ਆਹੋ ਠੀਕ ਹੈ। ਨਿਦਾ ਨਸਰ ਨੂੰ ਭੈਣ ਵਿਆਹੀ ਆ ਉਹਨਾਂ ਦੇ ਘਰ? ਆਹੋ ਕੋਈ ਰਿਸ਼ਤੇਦਾਰੀ ਹੋਏਗੀ, ਬਾਜੀ ਉਧਰ ਦਿੱਤੀ ਹੋਏਗੀ, ਉਧਰੋਂ ਪਤਾ ਲੱਗਾ ਹੋਏਗਾ ਤੈਨੂੰ। ਯਾਰ ਕੀ ਜ਼ਿਆਦਾ ਕੀ ਯਾਰ ਕੀ ਯਾਰ मैं मुसलमानों का एक नंबर वजह खत्म होगा। ਤੁਹਾਡਾ ਸਵਾਲ ਇਹ ਕਿ ਮੇਰੇ ਉੱਤੇ ਵੀ ਇਲਜ਼ਾਮ ਇਸ ਤਰ੍ਹਾਂ ਦਾ ਗੰਦਾ ਹੈ ਆਪਣੇ ਕਿਸੇ ਮੁਸਲਮਾਨ ਭਾਈ ਨੇ ਲਾਇਆ ਸੀ। ਬੜਾ ਸਾਹਿਬ ਕਾਹਦੀਆਂ ਕਸਮਾਂ ਸਿਖਾਈਆਂ ਅਰੇ ਕਿਹੜਾ ਕੰਮ ਨਹੀਂ ਕੀਤਾ ਸੀ ਦੁਨੀਆ ਦਾ ਹਰ ਗਲਤ ਕੰਮ ਅਸੀਂ ਬਹੁਤ ਵੱਡੇ ਗੁਨਾਹਗਾਰ ਸੁਣ ਲੈ ਜ਼ਾਹਦ ਜਮੀਲ। ਜ਼ਾਹਦ ਜਮੀਲ ਸਾਹਿਬ ਗੱਲ ਇਹ ਵੇ ਗੱਲ ਸੁਣਦਾ ਰਿਹਾ ਇਹਦੀ ਹਾਲਤ ਤੁਸੀਂ ਵੇਖੋ ਇਹਦੀ ਕਿ ਇਹਨੂੰ ਆਸਟ੍ਰੇਲੀਆ ਦੀ ਫਿਕਰ ਪਈ ਹੈ। ਖਲੋ ਤੇ ਜਾਓ ਯਾਰ, ਇੱਕ ਬੰਦੇ ਨਾਲ ਗੱਲ ਕਰਨ ਦੋ। ਇਹ ਉੱਥੇ ਪਾਕਿਸਤਾਨ ਯਾਰ ਸਭ ਤੁਸੀਂ ਨਾ ਯਾਰ ਜ਼ਾਹਦ ਜਮੀਲ ਤੇਰਾ ਨਾ ਡਬਲ ਆਵਾਜ਼ ਆ ਰਹੀ ਹੈ, ਇੱਕ ਮਿੰਟ ਨਾ ਮਿਊਟ ਕਰ, ਤੇਰੀ ਆਵਾਜ਼ ਆ ਰਹੀ ਡਬਲ। ਸਭ ਤੋਂ ਪਹਿਲੂ ਤੇ ਸੁਣ, ਵੇਖੋ ਇਹਨੂੰ ਆਸਟ੍ਰੇਲੀਆ ਦੀ ਫਿਕਰ ਪਈ ਹੋਈ ਆ। ਉੱਥੇ ਇਹਨੂੰ ਬਹਾਨਾ ਪਾਕਿਸਤਾਨ ਦੇ ਵਿੱਚ ਮਦਰਸਿਆਂ ਮਸਜਿਦਾਂ ਦੇ ਵਿੱਚ ਹਰ ਬੱਚੇ ਦੀ ਉਹਨਾਂ ਨੇ ਬੁੰਡ ਖੜੀ ਕੀਤੀ ਹੈ, ਇਹਨੂੰ ਕੋਈ ਫਿਕਰ ਲੋ ਨਾ ਅਸੀਂ ਆਸਟ੍ਰੇਲੀਆ ਦਾ ਜਵਾਬ ਦੇਣੇ। ਗੱਲ ਇਹ ਜ਼ਾਹਦ ਜਮੀਲ ਸਾਹਿਬ ਕਿ ਜਿਹੜਾ ਕਰਦਾ ਗਲਤ ਕਰਦਾ ਭਾਵੇਂ ਉਹ ਮੁਬਸ਼ਰ ਕਾਲੋ ਸਾਹਿਬ ਦਾ ਮੁੰਡਾ ਹੈ। ਜ਼ਾਹਦ ਜਮੀਲ ਸਾਹਿਬ ਗੱਲ ਸੁਣ ਲੋ ਪਹਿਲੂ ਗੱਲ। ਯਾਰ ਇੱਕ ਮਿੰਟ ਸੈਫੀ ਭਾਈ 100 ਵਾਰੀ ਕਿਹਾ, ਇੱਕ ਮਿੰਟ ਖਲੋ ਜਾ। ਹਾਂ ਜ਼ਾਹਦ ਜਮੀਲ ਇੱਕ ਮਿੰਟ ਮਿਊਟ ਕਰ, ਤੇਰੀ ਆਵਾਜ਼ ਡਬਲ ਆਉਣ ਡਈ। ਮਿਊਟ ਕਰ ਤੇਰੀ ਆਵਾਜ਼। ਸੁਣ ਸਭ ਤੋਂ ਪਹਿਲੂ ਇਹ ਗੱਲ ਕਿ ਝੂਠ ਬੋਲਣਾ ਤੁਹਾਡੇ ਦੀਨ ਦੇ ਵਿੱਚ ਜਾਇਜ਼? ਅੱਲਾਹ ਤਾਲਾ ਦਾ ਤੁਹਾਂ ਨਹੀਂ ਪੜਿਆ? ਨਹੀਂ ਸਭ ਤੋਂ ਪਹਿਲੂ ਤਾਂ ਫਿਰ ਮੁਬਸ਼ਰ ਕਾਲੂ ਸਾਹਿਬ ਦਾ ਨਾਂ ਕਿਉਂ ਲਿਆ? ਉਹ ਭਾਵੇਂ ਨਿਦਾ ਨਸਰ ਦਾ, ਉਹ ਭਾਵੇਂ ਨਿਦਾ ਨਸਰ, ਭਾਵੇਂ ਹਜ਼ਰਤ ਖਾਲਿਦ ਬਿਨ ਵਲੀਦ ਕਰਨ, ਉਹ ਵੀ ਠੀਕ ਹੈ। ਜਿਹੜਾ ਵੀ ਗਲਤ ਕਰਦਾ ਹਾਂ ਖਾਲਿਦ ਬਿਨ ਵਲੀਦ ਨੇ ਕੀ ਕੀਤਾ ਸੀ ਸਮਝ ਗਿਆ ਪਤਾ ਹੀ?
ਹਜ਼ਰਤ ਖਾਲਿਦ ਬਿਨ ਵਲੀਦ ਨੇ ਕੀ ਕੀਤਾ ਸੀ? ਆਪਣੀ ਸਕੀ ਕੁੜੀ ਨੂੰ ਜੋ ਮਰਜ਼ੀ ਕਰਦਾ ਰਹੇ 8 ਸਾਲਾਂ ਹਾਂ ਤੇ ਠੀਕ ਹੈ ਨਾ, ਇਹਦਾ ਸਬੂਤ ਦਵੋ ਨਾ ਸਭ ਤੋਂ ਪਹਿਲਾਂ। ਜ਼ਾਹਿਦ ਜਮੀਲ ਸਾਹਿਬ ਗੱਲ ਇਹ ਵੇ ਕਿ ਅਗਰ ਤੁਸੀਂ ਮੁਸਲਮਾਨ ਹੋ, ਹੁਣ ਨਿਦਾ ਨਸਰ ਗੱਲ ਤੇ ਸੁਣ, ਤੁਹਾਡੇ ਕੋਲ ਨਹੀਂ। ਹਾਂ ਸੁਣ ਲੈ ਨਾ। ਜੱਟ ਇਹਨੂੰ ਨਹੀਂ ਜੱਟ ਇਹਨੇ ਮੈਨੂੰ ਗੱਲ ਕਰ ਲੈਂਦੇ ਯਾਰ। ਇੱਕ ਮਿੰਟ ਮਿਊਟ ਕਰ, ਇੱਕ ਮਿੰਟ ਸਾਫੀ ਭਾਈ ਇਹਨੂੰ ਮੈਂ ਥੱਲੇ ਬੈ ਭੈਣ ਯਾਰ, ਉਮਰ ਨੇ ਕੀ ਕੀਤਾ ਸੀ? ਚੁੱਪ ਕਰੋ ਯਾਰ, ਹਜ਼ਰਤ ਉਮਰ ਦੇ ਛੱਡ ਦੇ ਗੱਲ। ਇਹ ਜ਼ਾਹਿਦ ਜਮੀਲ ਸਾਹਿਬ ਕਿ ਅਗਰ ਤੁਸੀਂ ਕੁਰਾਨ ਨੂੰ ਮੰਨਦੇ ਹੋ ਨਾ ਤੇ ਕੁਰਾਨ ਇਹ ਕਹਿੰਦਾ ਕਿ ਅਗਰ ਕਿਸੇ ਦੇ ਉੱਤੇ ਤੁਸੀਂ ਜ਼ਨਾ ਦਾ ਇਲਜ਼ਾਮ ਲਾਓਗੇ ਨਾ 4 ਗਵਾਹ ਲਿਆਓਗੇ। ਅਗਰ ਤੁਸੀਂ 4 ਗਵਾਹ ਨਹੀਂ ਨਾ ਲਿਆਂਦੇ ਤੇ ਤੁਹਾਡੀ ਸਜ਼ਾ ਹੈ 80 ਕੋੜੇ। ਇਹੋ ਹੀ ਹਜ਼ਰਤ ਆਇਸ਼ਾ ਦੇ ਨਾਲ ਲੋਕਾਂ ਕੀਤਾ ਸੀ। ਹਜ਼ਰਤ ਆਇਸ਼ਾ ਰਜ਼ੀ ਅੱਲਾਹ ਤਾਲਾ ਅਨਹਾ ਦੇ ਉੱਤੇ ਲੋਕਾਂ ਨੇ ਆ ਕੇ ਜ਼ਨਾ ਦੇ ਇਲਜ਼ਾਮ ਲਾਏ। ਨਾ ਸਿਰਫ ਹਜ਼ਰਤ ਆਇਸ਼ਾ ਤੇ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਦੂਸਰੀ ਜਿਹੜੀ ਲੋਂਡੀ ਸਨ ਹਜ਼ਰਤ ਆਇਸ਼ਾ ਦੀ, ਜਿਨ੍ਹਾਂ ਦੇ ਵਿੱਚੋਂ ਇਬਰਾਹੀਮ ਰਜ਼ੀ ਅੱਲਾਹ ਤਾਲਾ ਪੈਦਾ ਹੋਏ ਹਨ, ਉਹਨਾਂ ਦੇ ਉੱਤੇ ਵੀ ਇਲਜ਼ਾਮ ਲੱਗਾ। ਠੀਕ ਹੈ, ਕੁਰਾਨ ਇਹ ਕਹਿੰਦਾ ਹੈ ਜੇ ਕੁਰਾਨ ਨੂੰ ਮੰਨਦੇ ਹੋ ਤੁਸੀਂ, ਤੇ ਜੇ ਕੁਰਾਨ ਦੀ ਤੁਸੀਂ ਮੰਨਦੇ ਹੋ, ਜੇ ਮੁਨਾਫਕਤ ਕਰਨੀ ਹੈ, ਨਫ਼ਰਤ ਕਰਨੀ ਹੈ, ਬੁਗਜ਼ ਕਰਨਾ, ਤਾਂ ਜੋ ਮਰਜ਼ੀ ਕਰਦੇ ਰਹੋ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਉਹਦੇ ਨਾਲ ਤੁਹਾਡੀ ਆਪਣੀ ਅਸਲੀਅਤ ਬਾਹਰ ਆਏਗੀ ਕਿ ਕਿੰਨੇ ਕੁ ਤੁਸੀਂ ਦੀਨ ਇਸਲਾਮ ਨੂੰ ਮੰਨਦੇ ਹੋ। ਉਹਦੇ ਤੋਂ ਸਾਨੂੰ ਮਜ਼ੀਦ ਪਤਾ ਲੱਗੇਗਾ ਕਿ ਤੁਸੀਂ ਖਬੀਸੁਲ ਖਬੀਸ ਹੋ, ਤੁਹਾਡਾ ਇਸਲਾਮ ਨਾਲ ਕੋਈ ਤਲਕ ਨਹੀਂ ਹੈ। ਇਸਲਾਮ ਇਹ ਕਹਿੰਦਾ ਕਿ ਅਗਰ ਕਿਸੇ ਦੇ ਉੱਤੇ ਜ਼ਨਾ ਦਾ ਇਲਜ਼ਾਮ ਲੱਗਦਾ ਜਾਂ ਤੁਸੀਂ ਲਾਉਂਦੇ ਹੋ ਜਾਂ ਕੋਈ ਲਾਉਂਦਾ ਤਾਂ ਉਹਦੇ ਕੋਲ 4 ਗਵਾਹਾਂ ਦਾ ਮੁਤਾਲਬਾ ਕਰੋ। ਅਗਰ ਕੋਈ 4 ਗਵਾਹ ਨਹੀਂ ਦੇ ਸਕਦਾ ਤੇ ਫਿਰ ਉਹਦੀ ਸਜ਼ਾ 80 ਕੋੜੇ। ਅਗਰ ਤੁਹਾਨੂੰ 100 ਵਾਰੀ ਨਿਦਾ ਨਸਰ ਤੁਹਾਨੂੰ ਇੱਕ ਪੂਰੀ ਆਲਮੀ ਦੁਨੀਆ ਦੇ ਵਿੱਚ ਅਹਿਮਦੀਆਂ ਦਾ ਅਗਰ ਤੁਹਾਨੂੰ ਇੱਕ ਕਿਸੇ ਦਿਮਾਗੀ ਮਰੀਜ਼ ਨੇ ਉਹ ਗੱਲ ਕੀਤੀ ਉਹ ਤੁਹਾਨੂੰ ਨਜ਼ਰ ਆਉਂਦੀ ਹੈ, ਉਹਦੇ ਕੋਈ ਗਵਾਹ ਹੈ ਨੇ, ਕੋਈ ਸਬੂਤ ਹੈ ਨੇ? ਅਗਰ ਗਵਾਹ ਔਰ ਸਬੂਤ ਨੇ ਤੇ ਹੁਣੇ ਜਾ ਕੇ ਨਿਦਾ ਭੈਣ ਦਾ ਉੱਥੇ ਸਾਥ ਦਵੋ ਹਾਂ ਅਦਾਲਤ ਦੇ ਵਿੱਚ। ਉੱਥੇ ਕਿਉਂ ਨਹੀਂ ਜਾਂਦੇ? ਇੱਥੇ ਸਾਨੂੰ ਭੈਣ ਪੇਸ਼ ਕਰਦੇ, ਉੱਥੇ ਅਦਾਲਤ 'ਚ ਜਾ ਕੇ ਭੈਣ ਪੇਸ਼ ਕਰੋ, ਪਤਾ ਲੱਗੇ ਤੁਸੀਂ ਕਿੰਨੇ ਕੁ ਵੱਡੇ ਮੁਜਾਹਦ ਹੋ। ਉੱਥੇ ਕਿਉਂ ਨਹੀਂ ਭੈਣ ਪੇਸ਼ ਕਰਦੇ? ਅਦਾਲਤ 'ਚ ਜਾਓ, ਉੱਥੇ ਜਾ ਕੇ ਕੇਸ ਕਰੋ, ਨਿਦਾ ਨੂੰ ਚੰਦਾ ਇਕੱਠਾ ਕਰਕੇ ਦਵੋ। ਤੁਹਾਡੇ ਕੋਲ ਮਦਰਸਿਆਂ ਦੇ ਵਿੱਚ ਲਵਾਤਤ ਸੈਂਟਰ ਖੋਲਣ ਜੋਗੇ ਚੰਦੇ ਹੈ ਨੇ ਤੇ ਉੱਥੇ ਭੈਣ ਨਿਦਾ ਦਾ ਹਰ ਰੋਜ਼ ਜ਼ਿਕਰ ਕਰਦੇ ਹੋ ਤੇ ਉਹਦਾ ਜਾ ਕੇ ਕੇਸ ਕਿਉਂ ਨਹੀਂ ਲੜਦੇ ਉੱਥੇ ਯੂਕੇ ਦੇ ਵਿੱਚ? ਉਂਝ ਤੁਹਾਡੇ ਲੂਤੀ ਮੌਲਵੀ ਜਿਹੜੇ ਨੇ 10-10 ਹਜ਼ਾਰ ਡਾਲਰ ਇਕੱਠਾ ਕਰਨ ਹੁੰਦੇ ਨੇ। ਅਗਰ ਨਿਦਾ ਦੇ ਕੇਸ ਦੇ ਵਿੱਚ ਇੰਨੇ ਹੀ ਸੱਚ ਹੈ, ਉਹਦੇ ਕੋਲ ਇੰਨੇ ਹੀ ਸਬੂਤ ਨੇ ਤੇ ਉੱਥੇ ਭੈਣ ਪੇਸ਼ ਕਰੋ ਅਦਾਲਤ 'ਚ ਜਾ ਕੇ, ਨਿਦਾ ਭੈਣ, ਤੁਹਾਨੂੰ ਪਤਾ ਲੱਗੇ। ਉਹ ਨਹੀਂ ਤੁਹਾਡੇ ਕੋਲ ਹੈ। ਗੱਲ ਇਹ ਵੇ ਕਿ ਸਭ ਤੋਂ ਪਹਿਲਾਂ ਕੇਸ ਕਰੋ ਜਾ ਕੇ। ਅਗਰ ਨਿਦਾ ਤੁਹਾਨੂੰ ਸੱਚ ਬੋਲਦੀ ਹੈ, ਸੱਚੀ ਲੱਗਦੀ ਹੈ, ਉਹਦੇ ਕੋਲ ਕੇਸ ਹਨ, ਉਹਦੇ ਕੋਲ ਸ਼ਵਾਹਦ ਹਨ, ਤੇ ਅਦਾਲਤ ਨੇ ਕਿਉਂ ਉਹਦਾ ਕੇਸ ਰਿਜੈਕਟ ਕਰ ਦਿੱਤਾ? ਲੇਕਿਨ ਤੁਸੀਂ ਬਦਕਾਰ ਹੋ ਨਾ, ਬਦਬਖਤ ਲੋਕ ਹੋ। ਪਰ ਬਦਬਖਤ ਲੋਕ ਜਿਹੜੇ ਨੂੰ ਇਹੋ ਜਿਹੇ ਕੰਮ ਕਰਦੇ ਨੇ। ਅਗਲੀ ਆ ਜਾ ਆਸਟ੍ਰੇਲੀਆ ਵਾਲੀ। ਪਾਕਿਸਤਾਨ ਦੇ ਵਿੱਚ ਹਰ 2 ਘੰਟੇ ਬਾਅਦ ਤੇਰੇ ਵਰਗੇ ਬੱਚੇ ਨਾਲ ਐਨ ਗੈਨ ਹੁੰਦੀ ਹੈ। ਤੂੰ ਖੁਦ ਕੋਈ ਮਦਰਸੇ ਦੇ ਵਿੱਚੋਂ ਫਾਰੇਂਗੇ ਜਾਂ ਮਸਜਿਦ ਦੇ ਵਿੱਚੋਂ ਫਾਰੇਂਗੇ ਤੇ ਤੇਰੇ ਵਰਗੇ ਹਰ 2 ਘੰਟੇ 'ਚ ਇੱਕ ਬੱਚੇ ਨਾਲ, ਔਰਤ ਨਾਲ ਨਹੀਂ, ਖਾਲੀ ਬੱਚੇ ਨਾਲ ਹਰ 2 ਘੰਟੇ ਦੇ ਵਿੱਚ, ਇਹ ਜਿਹੜੀ ਰਿਪੋਰਟਡ ਨੇ ਉਹਨਾਂ ਦੇ ਮੁਤਾਬਕ ਹਰ 2 ਘੰਟੇ 'ਚ ਇੱਕ ਬੱਚੇ ਦੇ ਨਾਲ ਐਨ ਗੈਨ ਹੋ ਜਾਂਦੀ ਹੈ। ਔਰ ਜਿਹੜੇ ਅਨਰਿਪੋਰਟਡ ਨੇ ਉਸ ਤੋਂ ਜ਼ਿਆਦਾ ਹੋ ਗਏ, ਮਤਲਬ ਹਰ ਘੰਟੇ 'ਚ 2-4 ਬੱਚਿਆਂ ਦੀ ਵੀ ਐਨ ਗੈਨ ਵੱਜ ਸਕਦੀ ਹੈ। ਤੇ ਪਾਕਿਸਤਾਨ ਦੇ ਵਿੱਚ ਇਹ ਹੋ ਰਿਹਾ। ਉੱਥੇ ਜਿੱਥੇ ਕਾਨੂੰਨ ਹੀ ਕੁਛ ਨਹੀਂ ਹੈ ਤੇ ਜਾ ਕੇ ਤੂੰ ਆਸਟ੍ਰੇਲੀਆ ਭੈਣ ਪੇਸ਼ ਕਰਨ ਦੇ ਆ। ਆਸਟ੍ਰੇਲੀਆ ਵਾਲੇ ਖੁਦ ਨਿਬੜ ਲੈਣਗੇ। ਅਗਰ ਉਹ ਸ਼ਖਸ ਗੁਨਾਹਗਾਰ ਹੈ, ਉਹਨੇ ਗਲਤ ਕੀਤਾ ਤਾਂ ਆਪ ਹੀ ਉਹਨੂੰ ਸਜ਼ਾ ਦੇਣਗੇ। ਦੂਸਰੀ ਹਾਂ ਇਹਦੇ 'ਚ ਤੇਰਾ ਆ ਜਾਏਗਾ ਕਿ ਤੁਸੀਂ ਤੇ ਕਹਿੰਦੇ ਹੋ ਅਸੀਂ ਹਕੀਕੀ ਮੁਸਲਮਾਨ ਹਾਂ, ਤਾਂ ਫਿਰ ਤੁਹਾਡੇ ਵਿੱਚ ਲੋਕ ਇਹੋ ਜਿਹੇ ਪੈਦਾ ਕਿਉਂ ਹੋ ਗਏ ਨੇ? ਠੀਕ ਹੈ, ਇਹ ਸਵਾਲ ਤੇਰਾ ਵੈਲਿਡ ਹੈ। ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਵੀ ਹਕੀਕੀ ਮੁਸਲਮਾਨ ਹਨ ਕਿ ਨਹੀਂ? ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਤੋਂ ਵੱਧ ਕੇ ਕੋਈ ਇਸਲਾਮ ਸਮਝਾ ਸਕਦਾ? ਰਸੂਲ ਅੱਲਾਹ ਤੋਂ ਵੱਧ ਕੇ ਕੋਈ ਇਸਲਾਮ ਦੀ ਤਾਲੀਮ ਦੇ ਸਕਦਾ? ਨਹੀਂ ਨਾ ਦੇ ਸਕਦਾ। ਤੇ ਫਿਰ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਆਪਣੇ ਦੌਰ ਦੇ ਵਿੱਚ ਸਹਾਬਾ ਕਿਉਂ ਜ਼ਨਾ ਕਰਦੇ ਫਿਰਦੇ ਹਨ? ਕਿਉਂ ਉਹਨਾਂ ਨੂੰ ਸਹਾਬਾ ਜਿਹੜੇ ਹਨ ਜਿਨ੍ਹਾਂ ਨੂੰ ਬਾਅਦ ਨੂੰ ਰਸੂਲ ਅੱਲਾਹ ਨੇ ਸਜ਼ਾਵਾਂ ਵੀ ਦਿੱਤੀਆਂ ਹਨ? ਲੋਕ ਕਿਉਂ ਚੋਰੀਆਂ ਕਰਦੇ ਫਿਰਦੇ ਹਨ? ਫਿਰ ਰਸੂਲ ਅੱਲਾਹ ਤੋਂ ਬਾਅਦ ਜੋ ਕੁਛ ਇਹਨਾਂ ਆਪਸ 'ਚ ਕੀਤਾ ਉਹ ਕਿਉਂ ਕੀਤਾ ਨੇ? ਕੀ ਨਬੀ ਤੋਂ ਵੱਧ ਕੇ ਕੋਈ ਤਾਲੀਮ ਦੇ ਸਕਦਾ? ਹਜ਼ਰਤ ਨੂਹ ਦਾ ਆਪਣਾ ਬੇਟਾ ਜਿਹੜਾ ਸੀ ਉਹ ਨਾਫਰਮਾਨ ਸੀ ਹਜ਼ਰਤ ਨੂਹ ਦਾ। ਠੀਕ ਹੈ, ਇੱਕ ਨਬੀ ਦੀ ਆਪਣੀ ਬੀਵੀ ਜਿਹੜੀ ਸੀ ਉਹ ਨਾਫਰਮਾਨ ਸੀ। ਅਸੀਂ ਉਸ ਗੰਦ ਦਾ ਜਿਹੜਾ ਦਫਾ ਨਹੀਂ ਕਰਨ ਦੇ, ਲੇਕਿਨ ਤੁਹਾਡੇ ਦੇ ਵਿੱਚ ਤੇ ਗੰਦ ਹੀ ਇੰਨਾ ਕਿ ਗੰਦ ਵੀ ਸ਼ਰਮਾ ਜਾਂਦਾ। ਜਿੰਨਾ ਤੁਹਾਡੇ ਘਰ ਗੰਦ ਏ, ਘਰ ਆਪਣੇ ਗਿਰੇਬਾਨ 'ਚ ਤਾਂ ਵੇਖੋ, ਤੁਹਾਡਾ ਤਾਂ ਨੱਕ ਨਹੀਂ ਥੱਲੇ ਜਾਂਦਾ ਗਿਰੇਬਾਨ ਦੇ ਵਿੱਚ, ਇੰਨੀ ਬਦਬੂ ਆਉਂਦੀ ਤੁਹਾਨੂੰ। ਇਹ ਤੂੰ ਫਿਰ ਰਸੂਲ ਅੱਲਾਹ ਨੂੰ ਵੀ ਕਿਹਾ ਕਰ ਜਾ ਕੇ। ਕਿਉਂ? ਤੇ ਫਿਰ ਐਨ ਗੈਨ ਤੇ ਮਦੀਨਾ 'ਚ ਵੀ ਨਾਉਜ਼ ਬਿੱਲਾ ਹੁੰਦੀ ਸੀ, ਰਸੂਲ ਅੱਲਾਹ ਦੇ ਦੌਰ 'ਚ ਵੀ ਹੁੰਦੀ ਸੀ। ਜੇ ਸਾਡੇ ਮੌਲਵੀ ਐਨ ਗੈਨ ਕਰ ਲੈਂਦੇ ਤੇ ਕੀ ਹੋ ਗਿਆ?
ਸੂਰਤਿਆ ਬੱਚਿਆ ਆਪਣੇ ਘਰ ਨੂੰ ਵੇਖ ਜਾ ਕੇ ਆਸਟ੍ਰੇਲੀਆ ਦੀ ਗੱਲ ਕਰਨ ਡਿਆ ਤੂੰ। ਆਸਟ੍ਰੇਲੀਆ ਅਗਰ ਕਿਸੇ ਨੇ ਜ਼ੁਲਮ ਕੀਤਾ ਤਾਂ ਆਪ ਹੀ ਆਸਟ੍ਰੇਲੀਆ ਵਾਲੇ ਪੁੱਛ ਲੈਣਗੇ। ਮੌਕਾ ਦਿਓ ਥੋੜਾ। ਉਹ ਬਗੈਰਤਾ ਅਕਲ ਨੂੰ ਹੱਥ ਮਾਰ ਤੂੰ ਥੋੜਾ ਜਿਹਾ। ਉਹ ਆਸਟ੍ਰੇਲੀਆ ਯੂਕੇ ਉੱਥੇ ਇਨਸਾਫ ਦੇ ਸਿਸਟਮ ਹੈਗਾ ਕਾਫੀ ਭਾਈ ਇੱਕ ਮਿੰਟ ਯਾਰ, ਬਰਾੜ ਡਿੱਗਣ ਲੱਗੀ ਹੈ, ਥੋੜਾ ਥੋੜਾ ਟੈਪ ਟੈਪ ਕਰੋ ਯਾਰ। 5000 ਸਾਰਾ ਸੁਬਹ ਦੀ ਬਰਾੜ ਲੱਗੀ ਹੈ ਯਾਰ, ਸਾਰੇ 40 ਬੰਦੇ ਬੈਠੇ ਉੱਤੇ। ਕਰਦੇ ਟੈਪ ਟੈਪ ਨਹੀਂ ਕਰਦੇ ਆ ਯਾਰ ਹਾਂਜੀ। ਉਹ ਯੂਕੇ ਵਾਲੇ ਵੇਖ ਲੈਣਗੇ, ਉਹ ਆਸਟ੍ਰੇਲੀਆ ਵਾਲੇ ਵੇਖ ਲੈਣਗੇ, ਉੱਥੇ ਤੇ ਇਨਸਾਫ ਦਾ ਨਿਜ਼ਾਮ ਹੈਗਾ। ਉਹ ਤੇ ਨਿੱਕੀ ਨਿੱਕੀ ਗਲਤੀ ਨਹੀਂ ਬੰਦੇ ਦੀ ਬਖਸ਼ਦੇ। ਉਹ ਬਗੈਰਤਾ ਪਾਕਿਸਤਾਨ ਉਹ ਇਸਲਾਮੀ ਮੁਲਕ ਹੈਗਾ, ਇਸਲਾਮੀ ਜਮਹੂਰੀਆ ਹੈ ਪਾਕਿਸਤਾਨ ਹੈ, ਸ਼ਰੀਅਤ ਇਹਦੇ ਇੱਥੇ ਚੱਲਦੀ ਹੈ, ਕੁਰਾਨ ਇੱਥੇ ਚੱਲਦਾ ਹੈ। ਸੁਬਹ ਤੋਂ ਤੁਸੀਂ ਸ਼ੁਰੂ ਹੁੰਦੇ ਹੋ, ਸਪੀਕਰ ਤੁਹਾਡੇ ਨਹੀਂ ਬੰਦ ਹੁੰਦੇ, ਪਰ ਹਰ 2 ਘੰਟੇ ਦੇ ਵਿੱਚ ਬੱਚਾ ਪਾੜ। ਉਹ ਤੈਨੂੰ ਉਹ ਨਾਮ ਭੁੱਲ ਗਏ ਨੇ, ਉਹ ਮੁਸਲਮਾਨ ਹੈ ਤੂੰ, ਉਹ ਮਾਰੀਆ ਭੁੱਲ ਗਈ, ਉਹ ਟੋਬਾ ਟੇਕ ਸਿੰਘ ਵਾਲੀ ਜਿਹਦੇ ਭਰਾ ਨੇ ਉਹਨੂੰ ਹਮਲ ਕਰਤਾ ਤੇ ਬਾਅਦ ਚ ਉਹਦਾ ਗਲਾ ਘੋਟ ਕੇ ਮਾਰਤਾ। 3 ਸਾਲ ਦੀ ਜ਼ੈਨਬ ਭੁੱਲ ਗਈ ਤੈਨੂੰ, ਮੁਖਤਾਰਾ ਮਾਈ ਭੁੱਲ ਗਈ, 20 ਬੰਦੇ ਚੜਾਤੇ ਉਹਦੇ ਉੱਤੇ ਤੁਸੀਂ। ਉਹ ਤੂੰ ਆਪਣੀ ਗੱਲ ਕਰ, ਤੂੰ ਤਾਂ ਮੁਸਲਿਮ ਕੰਟਰੀ ਵਿੱਚ ਬੈਠਾ ਹੋਇਆ ਤੇ ਕੀ ਲਿਖਿਆ ਇਹ ਅਸੀਂ ਨਹੀਂ ਕਹਿ ਰਹੇ। ਅਲ ਜਜ਼ੀਰਾ ਵੀ ਮੁਸਲਿਮ ਕੰਟਰੀ ਦਾ ਇੱਕ ਚੈਨਲ ਹੈਗਾ ਜਿਹੜਾ ਦੱਸ ਰਿਹਾ, ਰਿਪੋਰਟ ਕਰ ਰਿਹਾ ਹੈ, ਠੀਕ ਹੈ। ਉਹ ਤੁਹਾਡੇ ਅੰਦਰ ਕੋਈ ਸ਼ਰਮ ਹਿਆ ਹੈ? ਉਹ ਇੱਕ ਨਾਮ ਲੈ ਕੇ ਇੱਕ ਨਾਮ ਬੋਲੀ ਜਾਓ ਉਹਦੇ ਕੋਈ ਸਾਥ ਦਿਓ, ਫਿਰ ਉਹਦਾ ਪੈਸੇ ਇਕੱਠੇ ਕਰਕੇ, ਜਿਵੇਂ ਕਾਲੂ ਨੇ ਕਿਹਾ ਹੈਗਾ ਕਿ ਉੱਥੇ ਜਾ ਕੇ ਉਹਦਾ ਕੇਸ ਲੜੋ, ਬੰਦੇ ਨੂੰ ਸਜ਼ਾ। ਅਸੀਂ ਤਾਂ ਕਹਿੰਦੇ ਆ ਕਿ ਸਾਡੇ ਵਿੱਚ ਵੀ ਅਗਰ ਕੋਈ ਐਵੇਂ ਦਾ ਹੈ, ਜਿਵੇਂ ਅੱਲਾਹ ਤਾਲਾ ਦੇ ਸਹਾਬੀ ਸੀਗੇ, ਅੱਲਾਹ ਤਾਲਾ ਦੇ ਰਸੂਲ ਦੇ ਸਹਾਬੀ ਸੀਗੇ, ਅੱਲਾਹ ਤਾਲਾ ਦੇ ਰਸੂਲ ਨੇ ਉਹਨਾਂ ਨੂੰ ਵੀ ਸਜ਼ਾ ਦਿੱਤੀ, ਤਾਂ ਅਸੀਂ ਵੀ ਕਹਿੰਦੇ ਸਾਡੇ ਅੰਦਰ ਵੀ ਕੋਈ ਐਵੇਂ ਦਾ ਬੰਦਾ ਹੈ ਤੇ ਉਹਨੂੰ ਲਟਕਾਓ, ਉਹਨੂੰ ਲਟਕਾਉਣ, ਉੱਥੇ ਉਹਦੇ ਸਬੂਤ ਲੱਭਦੇ ਨੇ, ਜੋ ਮਰਜ਼ੀ ਹੋਵੇ ਉਹਦੇ ਨਾਲ। ਅਸੀਂ ਉਹਦਾ ਕੋਈ ਦਫਾ ਕਰਦੇ ਪਏ ਆ, ਤੂੰ ਤਾਂ ਦਫਾ ਕਰਦਾ ਪਿਆ, ਤੂੰ ਕਹਿੰਦਾ ਕੋਈ ਨਹੀਂ, ਇਸ ਲਈ ਕਿ ਤੇਰੇ ਨਾਲ ਵੀ ਇਹੀ ਕੰਮ ਹੋਇਆ ਹੈ, ਤੁਹਾਡੇ ਲਈ ਗੱਲ ਹੀ ਕੋਈ ਨਹੀਂ ਹੈਗੀ। ਇਹੀ ਤਾਂ ਮੈਂ ਕਹਿ ਰਿਹਾ ਕਿ ਆਬਦ ਹੁਸੈਨ ਖੁਸ਼ਰੀ ਨੇ ਗਵਾਹੀ ਦਿੱਤੀ ਸੀ ਕਿ ਆਮਰ ਨਜ਼ੀਰ ਲੂਤੀ ਗਾਂਡੂ ਏ। ਉਹ ਅਮਰ ਨਜ਼ੀਰ ਗਾਂਡੂ ਲੂਤੀ ਹੈ ਨਾ, ਇਸ ਵਜ੍ਹਾ ਤੋਂ ਅੱਜ ਆਬਦ ਹੁਸੈਨ ਉਹਦੇ ਨਾਲ ਬੈਠਾ ਹੁੰਦਾ ਹੈ, ਉਹਨੂੰ ਕੋਈ ਮਸਲਾ ਹੀ ਨਹੀਂ। ਤੁਹਾਡੇ ਲਈ ਗੱਲ ਆਮ ਹੋ ਗਈ ਏ। ਉਹ ਤੁਹਾਡੇ ਆਪਣੇ ਮੁੰਡੇ ਦੱਸਦੇ ਹੁੰਦੇ ਸਨ ਕਿ ਉੱਤੇ ਰੇਲ ਦੇ ਉੱਤੇ ਕੁਰਾਨ ਪਿਆ ਹੁੰਦਾ ਸੀ ਤੇ ਥੱਲੇ ਮੌਲਵੀ ਸਾਹਿਬ ਨੇ ਸਾਨੂੰ ਹੱਥ ਦਿੱਤਾ ਹੁੰਦਾ ਸੀਗਾ। ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਪਾੜਨ ਲੱਗੇ ਹੋਏ ਹੋ। ਹਰ ਦੂਜੇ ਦਿਨ ਮਾਵਾਂ ਰੋਂਦੀਆਂ ਪਿੱਟਦੀਆਂ ਹਸਪਤਾਲਾਂ ਵਿੱਚ ਜਾਂਦੀਆਂ ਨੇ, ਬੱਚੇ ਦੀ ਬਲੀਡਿੰਗ ਨਹੀਂ ਰੋਕ ਰਹੀ, ਬੱਚੇ ਮਰ ਗਿਆ, ਇਹ ਹੋ ਗਿਆ। ਪਰ ਉੱਥੇ ਇਤਨਾ ਸਟਰੋਂਗ ਮਾਫੀਆ ਇਹਨਾਂ ਮੌਲਵੀਆਂ ਦਾ, ਲੂਤੀ ਮੌਲਵੀਆਂ ਦਾ, ਕਿ ਇਹ ਉਹਨਾਂ ਨੂੰ ਕਿਤੇ ਜਾਣ ਹੀ ਨਹੀਂ ਦਿੰਦੇ, ਬਦਮਾਸ਼ੀ ਕਰਦੇ ਨੇ, ਉਹਨਾਂ ਨੂੰ ਡਰਾਉਂਦੇ ਨੇ, ਧਮਕਾਉਂਦੇ ਨੇ। ਸੈਫੀ ਭਾਈ ਇੱਕ ਗੱਲ ਹੋਰ ਐਡ ਕਰ ਲੋ, ਰੀਸੈਂਟਲੀ ਇੱਕ ਵੀਡੀਓ ਆਈ ਹੈ, ਬੱਚੀ ਕੁਰਾਨ ਮਜੀਦ ਪੜ ਰਹੀ ਹੈ ਤੇ ਉਹ ਕੰਜਰ ਮੌਲਵੀ ਉਹਦੇ ਪੱਟਾਂ ਨੂੰ ਹੱਥ ਲਾਣ ਡਿਆ, ਕਦੀ ਪਿੱਛੇ ਹੱਥ ਲਾਣ ਡਿਆ। ਰੀਸੈਂਟਲੀ ਯਾਰ ਜਿਹੜਾ ਸ਼ਾਮਿਲ ਆਹੀ, ਉਹ ਜਿਹੜਾ ਉਹ ਮਾਵੀਆ ਨੂੰ ਛੁਡਾਉਣ ਗਿਆ ਸੀਗਾ ਜਿਹੜੇ ਮੌਲਵੀ ਨੂੰ, ਉਹਦੇ ਪਿਓ ਨੇ ਪਕੜ ਲਿਆ ਸੀ ਮੌਲਵੀ ਨੂੰ। ਹਾਂਜੀ, ਪਿਓ ਡਰ ਗਿਆ, ਉਹਨੇ ਕਿਹਾ ਜੀ ਅਸੀਂ ਅੱਲਾਹ ਦੇ ਵਾਸਤੇ ਛੱਡ ਦਿੱਤਾ। ਖੈਰ ਮੇਰਾ ਪੁੱਤਰ ਪਾਟ ਗਿਆ, ਪਰ ਕੋਈ ਨਹੀਂ ਖੈਰ। ਇਹ ਬਦਮਾਸ਼ ਨੇ, ਇਹਨਾਂ ਨੇ ਦਾੜੀਆਂ ਰੱਖੀਆਂ ਹੋਈਆਂ ਨੇ, ਇਹਨਾਂ ਦੀਆਂ ਸ਼ਕਲਾਂ ਵੇਖ ਲੋ। ਇਹ ਮੌਲਵੀ ਬਦਮਾਸ਼ ਨੇ, ਮਾਫੀਆ ਹੈ ਪੂਰਾ ਇਹਨਾਂ ਦਾ। ਉਹ ਹੈ ਨਾ, ਪੂਰਾ ਮਾਫੀਆ ਹੈਗਾ। ਉਹਨਾਂ ਨੂੰ ਪਤਾ ਕਿ ਇਹ ਅੱਜ ਅਸੀਂ ਇਹਨੂੰ ਬਚਾਵਾਂਗੇ, ਕੱਲ ਇਹ ਸਾਨੂੰ ਬਚਾਣਗੇ। ਉਹ ਇਹ ਮਾਰ ਦਿੰਦੇ ਨੇ, ਲੋਕੀ ਪਿੱਛੇ ਪਾ ਦਿੰਦੇ, ਬਦਮਾਸ਼ ਨੇ। ਬਾਬਾ ਜੀ ਜਰਮਨੀ ਨੂੰ ਮੌਕਾ ਦਿਓ ਜੀ। ਬਾਬਾ ਜੀ ਬਿਸਮਿਲ੍ਲਾ। ਸਲਾਮ ਅਲੈਕੁਮ। ਮੈਂ ਕਿਹਾ ਮੈਂ ਤਾਂ ਨਹਾਉਣ ਲੱਗਾ ਸੀ, ਸ਼ੇਵ ਕਰ ਰਿਹਾ ਸੀ। ਗੱਲ ਇਹ ਹੈ ਕਿ ਇਹ ਜਿਹੜੇ ਸ਼ੁਰੂ ਹੋਏ ਨੇ, ਪੂਰਾ ਪਾਕਿਸਤਾਨ ਨੂੰ ਇੱਕ ਨੇਤਾ ਦਾ ਫਿਕਰ ਹੈ ਤੇ ਪੂਰੇ ਪਾਕਿਸਤਾਨ ਨੂੰ ਭਾਵਲਪੁਰ 6-7 ਹਜ਼ਾਰ ਬੱਚੀਆਂ ਨਾਲ ਜੋ ਏਰੀਆ ਭੈਣਾਂ ਨਾਲ ਹੋਇਆ, ਉਹਦਾ ਅੱਜ ਤੱਕ ਕਿਸੇ ਨੂੰ ਫਿਕਰ ਹੈ ਕਿ ਨਹੀਂ ਹੈ? ਇਹ ਦੱਸੋ ਮੈਨੂੰ। ਇਜ਼ਾਜ਼ ਜਮੀਲ ਦੀ ਭੈਣਾਂ ਸੀ, ਭਤੀਜੀਆਂ ਸੀ, ਭਾਣਜੀਆਂ ਸੀ, ਕੌਣ ਸੀ ਇਸ ਕਾਲੇ ਦੀਆਂ? ਇਹਨੂੰ ਫਿਕਰ ਕੋਈ ਨਹੀਂ ਹੈ ਉਹਦਾ। ਇੱਥੇ ਆ ਕੇ ਬਕਵਾਸ ਕਰਨ ਲੱਗ ਜਾਂਦਾ। ਬਾਬਾ ਜੀ ਉਹਦਾ ਤਾਂ ਐਵੀਡੈਂਸ ਵੀ ਕੋਈ ਨਹੀਂ। ਇਹਨਾਂ ਦੀਆਂ ਤਾਂ ਕੁੜੀਆਂ ਦੇ ਐਵੀਡੈਂਸ ਪਏ ਨੇ, ਵੀਡੀਓਜ਼ ਪਈਆਂ ਨੇ, ਅਰੀਮ ਸ਼ਾਹ ਦੀਆਂ ਵੀਡੀਓਜ਼ ਪਈਆਂ ਨੇ, ਮਨਾਹਲ ਮਲਕ ਦੀਆਂ ਵੀਡੀਓਜ਼ ਪਈਆਂ ਨੇ, ਵੀਡੀਓ ਅਮਸ਼ਾਲ ਖਾਨ ਦੀਆਂ ਵੀਡੀਓ ਆਈਆਂ ਨੇ ਨਾ। ਟਿਕਟੌਕ ਤੇ ਬਹੁਤੀ ਦੂਰ ਨਾ ਜਾਓ, ਤੁਸੀਂ ਟਿਕਟੌਕ ਤੇ ਵੇਖ ਲਓ, ਟਿਕਟੌਕ ਤੇ ਦੇਖ ਲਓ ਇਹਨਾਂ ਦੀਆਂ ਭੈਣਾਂ ਕੀ ਜਾਂਦਾ। ਕਾਲੂ ਭਾਈ ਇਹਨਾਂ ਦੀਆਂ ਭੈਣਾਂ ਟਿਕਟੌਕ ਤੇ ਕੀ ਕਰ ਰਹੇ ਹੁੰਦੇ ਆ? 5 ਫੁੱਲ ਗੰਨਾਂ ਦੀਆਂ ਮਾਰੋ ਤੇ ਆਜੋ ਅੱਧੇ ਘੰਟੇ ਵਾਸਤੇ। ਮਨੀ ਗਨ ਮਾਰੋ ਤੇ ਅੱਧੇ ਘੰਟੇ ਦਾ ਡੈਮੋ ਵੇਖੋ। ਗੱਲਾਂ ਕਰਦਾ ਹੈ, ਤੁਸੀਂ ਇਸਲਾਮ ਦਾ ਨਾਰਾ ਲਾਉਂਦੇ ਹੋ, ਤੁਸੀਂ ਕਹਿੰਦੇ ਹੋ ਸਾਡਾ ਮੁਲਕ ਹੈਗਾ ਏ ਪਾਕਿਸਤਾਨ ਦਾ ਮਤਲਬ ਕਿਆ? ਲਾ ਇਲਾਹਾ ਇल्लल्लाह ਹੈ। ਉਹ ਇਸ ਤਰ੍ਹਾਂ ਦਾ ਪਾਕਿਸਤਾਨ ਤੁਸੀਂ ਬਣਾਤਾ ਕਿ ਤੁਹਾਡੀਆਂ ਜ਼ਨਾਨੀਆਂ
ਮੰਗੀਆਂ ਦੂਜੇ ਪਾਸੇ ਮੂੰਹ ਕਰਕੇ ਉਹ ਕਹਿੰਦਾ ਹੈਗਾ ਕਿ ਉਠਕ ਬੈਠਕ ਕਰ, ਉਹ ਬਾਹਰ ਨੂੰ ਕੱਢ ਕੇ ਬੰਪ ਤੇ ਉਠਕ ਬੈਠਕ ਕਰ ਰਹੀਆਂ ਹੁੰਦੀਆਂ ਨੇ। ਸੈਫੀ ਭਾਈ ਉਠਕ ਬੈਠਕ ਤਾਂ ਤੁਸੀਂ ਹੁਣ ਦੱਸਣ ਦਿਓ। ਕੱਲ ਮੈਂ ਇੱਕ ਵੇਖੀ ਵੀਡੀਓ ਤੇ ਕਹਿੰਦਾ ਪਰਾਂ ਮੂੰਹ ਕਰਕੇ ਬੰਬ ਦੇ ਉੱਤੇ 10 ਛਿੱਤਰ ਮਾਰ ਆਪਣੇ 10 ਛਿੱਤਰ। ਯਾਰ ਤੋਬਾ ਅਸਤਗਫਾਰੇ ਮੈਚ ਇਹਨਾਂ ਦੇ ਇਹੋ ਜਿਹੇ ਹੁੰਦੇ ਨੇ। ਉਹ ਕਹਿੰਦਾ ਨਜ਼ਰ ਨਹੀਂ ਆ ਰਹੀ, ਸਿੱਧੀ ਹੋ ਕੈਮਰਾ ਟੇੜਾ ਕਰ, ਮੇਰੇ ਕੋਲ ਨਹੀਂ ਆ ਰਹੀ, ਥੋੜਾ ਨਜ਼ਰ ਨਹੀਂ ਆ ਰਿਹਾ। ਫਿਰ ਇੱਕ ਬੁੱਢੀ ਨੂੰ ਕਹਿੰਦਾ ਤੇ ਪਰਾਂ ਦੀਵਾਰ ਆ ਜਾ ਕੇ ਤੇ ਲੱਤਾਂ ਤਾਂ ਨੂੰ ਕਰਕੇ ਪੁੱਠੀ ਲੇਟ ਜਾ। ਤੋਬਾ ਅਸਤਗਫਾਰ। ਇਹ ਨੇ ਇਹਨਾਂ ਦੀਆਂ ਭੈਣਾਂ। ਉਹਨਾਂ ਕਿਹਾ ਠੀਕ ਹੈ ਭਰਾ ਖਤਮੇ ਬਹੁਤ ਲੱਗੇ ਨੇ ਤੇ ਅਸੀਂ ਇੱਧਰ ਕਮਾਈ ਲੱਗੇ ਨੇ। ਇਹਨਾਂ ਦੇ ਇੰਟਰਨੈਟ ਚੱਲਦੇ ਨੇ। ਕੋਈ ਇਹਨਾਂ ਦਾ ਸਾਡਾ ਮੁਲਕ ਹੈ ਪਾਕਿਸਤਾਨ, ਸਾਨੂੰ ਮੁਹੱਬਤ ਹੈ, ਸਾਡੀ ਇਮਾਨ ਦਾ ਹਿੱਸਾ ਹੈ, ਲੇਕਿਨ ਇਹਨਾਂ ਲੋਕਾਂ ਨੇ ਏਡਾ ਗੰਦ ਪਾਤਾ ਕਿ ਔਰਤਾਂ ਘਰ ਵਿੱਚ ਬਹਿ ਕੇ ਧੰਦਾ ਕਰ ਰਹੀਆਂ ਨੇ ਯਾਰ, ਘਰ ਵਿੱਚ ਬਹਿ ਕੇ ਧੰਦਾ ਕਰ ਰਹੀਆਂ। ਉਹ ਕੁੜੀ ਜਿਹੜੀ ਬਾਹਰ ਨਿਕਲਦੀ ਹੈ ਤਾਂ ਨਕਾਬ ਕੀਤਾ ਹੋਇਆ। ਸਾਥੀ ਭਾਈ ਉਹਨਾਂ ਦੀ ਮਜਬੂਰੀ ਹੈ ਭਰਾਵਾਂ ਵਾਸਤੇ, ਉਹਨਾਂ ਨੇ ਪੈਕੇਜ ਵੀ ਤੇ ਪੈਸੇ ਵੀ ਤੇ ਇਕੱਠੇ ਕਰਨੇ, ਪੈਕੇਜ ਵੀ ਤੇ ਕਰਦੇ ਹੁੰਦੇ ਨੇ। ਗੱਲ ਭਾਈ 5G ਲਵਾਉਣਾ ਹੁੰਦਾ ਨਾ ਉਹਨਾਂ ਨੇ 5G। ਉਹ ਗੱਲ ਸੁਣੋ, ਅੱਜਕੱਲ ਨਵਾਂ ਟ੍ਰੈਂਡ ਚੱਲਿਆ ਹੈ ਇਹ ਖਤਮੇ ਨਬੂਵਤ ਦਾ ਜੋੜਾ ਕਹਿੰਦਾ ਉਹ ਹਾਰ ਜੇ ਤੁਹਾਨੂੰ ਆਂਦਾ ਤੂੰ ਮੂੰਹ 'ਚ ਮੂੰਹ ਪਾ, ਤੂੰ ਫਲਾਣੇ ਕੰਮ ਕਰ। ਅੱਜਕੱਲ ਇਹ ਕੰਮ ਬੜਾ ਚੱਲਿਆ ਤੋ ਮੀਆਂ ਵੀ ਆਪਸ ਜੁੜ ਜਾਂਦੇ ਨੇ। ਮੈਂ ਕਰਨਾ ਕੀ ਹੈ ਅਸਤਗਫਾਰ ਯਾਰ, ਅੱਲਾ ਮਾਫ ਕਰੇ। ਇਹ ਕਿੱਧਰ ਜਾਣਦੇ ਨੇ ਖਤਮੇ ਨਬੂਵਤ ਵਾਲੇ। ਵਾਲੇਕੁਮ अस्सलाम। ਯਾਰ ਸਭ ਨਾਲੋਂ ਵੱਡੀ ਅਫਸੋਸਨਾਕ ਖਬਰ ਹੈ ਕਿ ਜ਼ਾਹਿਦ ਜਮੀਲ ਦੀ ਭੈਣ ਮਰ ਵੀ ਜਾਏ ਨਾ ਤੇ ਉਹਨੂੰ ਕਵਰੇਜ ਕੱਢ ਕੇ ਵੀ ਉਹਦੇ ਨਾਲ ਜ਼ਿਆਦਤੀ ਕਰ ਛੱਡਦੇ ਨੇ। ਓਏ ਤੋਬਾ ਤੋਬਾ। ਹੁਣ ਜ਼ਾਹਿਦ ਜਮੀਲ ਦੇ ਮਾਂ ਪਿਓ ਤੇ ਹੁਣ ਲੋਹੇ ਦਾ ਗੇਟ ਲਵਾ ਦਿੰਦੇ ਨੇ, ਉੱਤੇ ਜੰਦਰਾ ਲਾ ਦਿੰਦੇ ਨੇ ਕਿ ਉਹਦੇ ਨਾਲ ਵਿਚਾਰੀ ਨਾਲ ਵਫਾਤ ਸ਼ੁਦਾ ਨਾਲ ਜ਼ਿਆਦਤੀ ਨਾ ਹੋਵੇ। ਜੰਦਰਾ ਲਾਇਆ ਹੁੰਦਾ, ਜੰਦਰੇ ਦੇ ਉੱਤੇ ਵੀ ਜੰਦਰਾ ਲਾਇਆ ਹੁੰਦਾ। ਬਿਲਕੁਲ ਜ਼ਾਹਿਦ ਜਮੀਲ ਆਪਣੀ ਉਹਨਾਂ ਭੈਣਾਂ ਨਾਲ, ਜਿਹੜੀ ਉਹਦੀ ਭੈਣਾਂ ਨਾਲ ਜ਼ਿਆਦਤੀ ਹੁੰਦੀ, ਉੱਥੇ ਕਿਉਂ ਨਹੀਂ ਜਾਂਦਾ? ਹਾਏ ਬਟ ਜੀ ਅੱਲਾਹੁ ਤੋਬਾ ਅੱਲਾਹੁ ਜੀ। ਜੱਟ ਜਾਨੀ ਸਾਹਿਬ ਸਲਾਮ ਅਲੈਕੁਮ। ਵੈਸਲਾਮ ਭਾਜੀ, ਫਰਹਾਨ ਸਾਹਿਬ ਨੂੰ ਸਲਾਮ ਕਰਨੀ ਜੇ ਉਹ ਸੁਣ ਰਿਹਾ ਹੋਵੇ ਤੇ। ਫਰਹਾਨ ਇਰਫਾਨ ਸਾਹਿਬ ਨੇ ਮਿਹਰਬਾਨੀ ਭਾਈ ਜੀ ਤੁਸੀਂ ਆਏ। ਇਰਫਾਨ ਸਾਹਿਬ ਉਹਨੇ ਲੱਡੂ ਰੱਖੇ ਨੇ, ਉਹ ਗਲਣ ਡੇ ਨੇ ਜਨਾਬ। ਲੱਡੂ ਅੱਗੇ ਵੀ ਤੂੰ ਮੈਨੂੰ ਖਵਾਏ ਤੇ ਹੁਣ ਫੇਰ ਨਹੀਂ ਖਵਾਣੇ, ਮੈਨੂੰ ਲੱਗਦਾ ਪਿਆ। ਭਾਜੀ ਪਹਿਲੇ ਤੇ ਸਾਰਿਆਂ ਨੂੰ ਅਸਲਾਮ ਅਲੈਕੁਮ ਰਹਿਮਤੁல்லாਹ ਬਰਕਾਤਹੁ। ਵਾਲੇਕੁਮ अस्सलाम रहमतुल्लाह बरकातहू। ਮੈਂ ਜ਼ਰਾ ਭਾਈ ਨਾਲ 2 ਮਿੰਟ ਗੱਲ ਕਰ ਲਾਂ ਜੇ ਇਜਾਜ਼ਤ ਹੋਵੇ ਤੇ। ਕਰੋ ਜਾ ਕੇ ਐਨੀ ਅਹਿਮਦੀਅਤ ਕਬੂਲ ਕਰ ਲੋ ਤੇ ਫਿਰ ਜਾ ਕੇ ਉੱਥੇ ਜ਼ਲੀਲ ਹੋਣਾ, ਪਤਾ ਵੀ ਕੱਖ ਨਹੀਂ, ਤੇ ਜਾ ਕੇ ਫਿਰ ਜਨਾਬ ਦੂਜੇ ਬੰਦਿਆਂ ਨੂੰ ਵਖਤ ਪਾ ਛੱਡਣਾ ਕਿ ਉਹ ਹਵਾਲੇ ਢੂੰਡ ਕੇ ਇਹਨਾਂ ਨੂੰ ਉਹਨਾਂ ਦੇ ਮੂੰਹ ਬੰਦ ਕਰਨ। ਉਹ ਆਪਣੀ ਜਾਨ ਨੂੰ ਕਿਉਂ ਨਹੀਂ ਸਕੂਨ ਦਿੰਦੇ? ਕਿੰਨੀ ਵਾਰੀ ਜ਼ਲੀਲ ਹੋ ਚੁੱਕੇ ਨੇ ਲੇਕਿਨ ਫਿਰ ਜਾਂਦੇ ਨੇ ਜ਼ਲੀਲ ਹੋਣ। ਉਹਨਾਂ ਨੂੰ ਕਿਉਂ? ਕੋਈ ਜ਼ਿਹਨੀ ਮਰੀਜ਼ ਨੇ, ਉਹਨਾਂ ਦਾ ਦਿਮਾਗ ਨਹੀਂ ਕੰਮ ਕਰਦਾ। ਸਿੱਧਾ ਅਧਰੋਂ ਮੋਬਾਈਲ ਆਨ ਕਰਨਾ ਤੇ ਸਿੱਧਾ ਉੱਥੇ ਹੁੰਦੇ ਨੇ ਆਪਣੇ ਕਮਰਿਆਂ 'ਚ। ਕਿੰਨੀ ਵਾਰੀ ਕਿਹਾ ਆਪਣੇ ਕਮਰਿਆਂ 'ਚ ਵਿਆਹ ਕਰੋ, ਜੇ ਕੱਖ ਨਹੀਂ ਪਤਾ ਤਾਂ ਇਕੱਠੇ ਹੀ ਕਰ ਲਓ ਵਾਲੇ। ਅੱਜ ਜਾ ਕੇ ਕੋਈ ਹਵਾਲਾ ਦੇ ਕੇ ਆਏ ਨਾ, ਕੁੱਤੇ ਯਾਰ ਭੌਂਕਣ ਨੇ ਅਸੀਂ ਅਮਰ ਵਜ਼ੀਰ, ਉਹਦੇ ਹਵਾਲੇ ਇਕੱਠੇ ਕਰਕੇ ਤੇ ਮੈਂ ਰੱਖੇ ਨੇ ਜਵਾਬ ਦੇਣ ਲਈ। ਤੁਹਾਨੂੰ ਕਹਿਣਾ ਉਸੇ ਕੁੱਤੇ ਯਾਰ ਬੋਲ ਨਹੀਂ ਹੋਣ ਇਹ ਹਵਾਲੇ ਨਹੀਂ, ਕੁੱਤੇ ਯਾਰ ਬੋਲ ਨਹੀਂ ਹੋਣ ਇਹ ਹਵਾਲੇ ਨਹੀਂ। ਨਾ ਜਾ ਕੇ ਜ਼ਲੀਲ ਹੋਇਆ ਕਰੋ ਤੇ ਨਾ ਕਰਵਾਇਆ ਕਰੋ। ਪਹਿਲਾਂ ਵੀ ਪੈਸੇ ਹਾਰ ਕੇ ਆਏ ਹੋ, ਪਤਾ ਕੱਖ ਨਹੀਂ। ਉੱਥੇ ਜਾ ਕੇ ਰਾਈਫਲ ਇਹ ਦਿਓ ਮੈਨੂੰ ਰਾਈਫਲ, ਹੁਣ ਮੈਂ ਗੋਲੀਆਂ ਮਾਰਨੀਆਂ ਨੇ। ਸ਼ਰਮ ਨਹੀਂ ਆਉਂਦੀ ਯਾਰ। ਉਹਨਾਂ ਨੇ ਨਹੀਂ ਬਾਜ਼ ਆਣਾ, ਲੱਗੇ ਰਹਿਣ ਦਿਓ ਬਸ। ਨਹੀਂ ਥੱਲੇ ਆ ਕੇ ਬੈਠਿਆ ਬਾਬਾ। ਉਹ ਤਾਂ ਐਸੀ ਬਰਾਜ ਉੱਤੇ ਚੱਲੇ ਜਾਂਦੇ ਨੇ, ਉਹ ਫਿਰ ਨਾਲੇ ਸੈਂਸਿਟਿਵ ਨੇ ਔਰ ਹੋਣ ਲੱਗ ਜਾਂਦੇ ਨੇ ਅਗਰ ਸਖਤੀ ਕਰੋ ਉਹਨਾਂ ਦੇ ਨਾਲ। ਰੋਂਦੇ ਆਡੀਓ ਤੇ ਆਵੇ ਹਰ ਇੱਕ ਕੋਲ ਉਹਨਾਂ ਦੀ ਰੋਂਦੀ ਆਡੀਓ। ਜਵਾਨ ਸਾਹਿਬ ਟਾਪਕ ਦੇ ਉੱਤੇ ਅੱਖ ਰੱਖੋ ਥੋੜੀ ਜਿਹੀ। ਜਿਹੜਾ ਇਮਰਾਨ ਖਾਨ ਜਲਸੇ ਲਾਂਦਾ ਸੀ ਤੇ ਕਹਿੰਦੇ ਨੇ ਕਿ ਉੱਥੇ ਹਰਾਮੀ ਬੱਚਿਆਂ ਦੇ ਹਮਲ ਹੋ ਰਹੇ ਨੇ ਉੱਥੇ। ਯਾਨੀ ਕਿ ਤੁਹਾਡਾ ਕਹਿਣ ਦਾ ਮਤਲਬ ਸ਼ੁਏਬ ਰਾਜਾ ਉੱਥੇ ਪੈਦਾ ਹੋਇਆ। ਸ਼ੁਏਬ ਰਾਜਾ ਦੀ ਭੈਣ ਜਾਂਦੀ ਦੀ ਜਲਸੇ। ਫਾਈਟਰ ਨੇ ਇੱਕ ਪੋਸਟਰ ਬਣਾਈ खत्मे नबूवत एक नंबर खत्मे नबूवत अपने मुंह से मानते हुए कि मैं लवातत की भी है और करवाई भी है। ठीक है फाइटर दी शक्ल बांदर वर्गी हो जावे। नहीं सही शक्ल होती, बिल्कुल शक्ल सही होनी चाहिए। शक्ल तो ना कुछ ना करी, बस थले उत्ते लेना ये
एक नंबर खत्म में खत्म नबूवत का 1 नंबर मुजाहिद लवातत में शामिल। नहीं, इसने अपने मुंह से इकरार किया है कि मैं लवातत की भी है करवाई भी है बस। ਯਾਰ ਅਗਰ ਨਹੀਂ ਹੈਗਾ ਮੈਂ ਇੱਕ ਗੱਲ ਕਰਦਾ, ਉਹ ਆਬਦ ਹੁਸੈਨ ਖੁਸਰੀ ਨੇ ਇਹਦੇ ਉੱਤੇ ਗਵਾਹੀ ਦਿੱਤੀ ਹੈ ਕਿ ਗਾਂਡੂ ਹੈ, ਤੇ ਉਹ ਇਹਦੇ ਕੋਲ ਬੈਠਾ ਹੁੰਦਾ, ਫਿਰ ਇਹ ਹੈ ਨਾ ਤਾਂ ਉਹਨੂੰ ਬਿਠਾਇਆ ਹੁੰਦਾ ਆਪਣੇ ਕੋਲ। तेरे सामने मैं वीडियो चलाई है कुरान दे बरलीन असद ने तो कुरान चकाया, कहंदे मैं नहीं झुकना, मैं करांदा रहा और क्यों आप बदलो की करे यार, हद होगी साफी। ਉਹਨੇ ਤੇ ਕਿਹਾ ਸੀ ਕਿ ਅਸੀਂ ਤੇ ਹਰ ਮੇਰੇ ਬਾਪ ਨੇ ਕਿਹਾ ਸੀ 3 ਮਹੀਨੇ ਆਬਦ ਨੂੰ ਅਸੀਂ ਚੁੱਪ ਕਰਾ ਕੇ ਰੱਖਿਆ। ਜਿਸਲੇ ਫੈਜ਼ ਤੇ ਕਹਿੰਦਾ ਚੁੱਪ ਕਰਾ ਕੇ 3 ਮਹੀਨੇ ਰੱਖਿਆ ਸੀ। ਅੱਲਾਹ ਤਾਲਾ ਨੇ ਇਹਨੂੰ ਦਿੱਤੀ ਹੈ ਰਫਾ ਹਾਜਤ ਵਾਸਤੇ, ਕਾਰੋਬਾਰ ਖੋਲ ਕੇ ਬਹਿ ਗਿਆ। ਇਹਨੇ ਆਪਣਾ ਸਾਈਡ ਬਿਜ਼ਨਸ ਕੀਤਾ ਇਹਦੇ ਨਾਲ। ਫਿਰ ਬੱਚਿਆਂ ਦਾ ਪੇਟ ਵੀ ਤਾਂ ਪਾਲਣਾ ਹੈ ਨਾ ਇਹਨੇ, ਹੁਣ ਦੱਸੋ ਕੀ ਕਰੇ ਉਹ। ਇਹਦੇ ਮੂੰਹ ਵਾਲੇ ਸੁਰਾਖ ਤੇ ਦੁਨੀਆ ਇਤਬਾਰ ਨਹੀਂ ਕਰਦੀ। ਐਮਡੀ ਜਿਹੜੇ ਨਾ ਉਹ ਵੀ ਸਵਾਲ ਨਹੀਂ ਕਰਦੇ। ਇਹਨੇ ਕੀਤਾ ਇਟਾਲੀਅਨ ਜਨਾਨੀ ਨਾਲ ਵਿਆਹ, ਠੀਕ ਹੈ। ਯੂਰਪ ਵਿੱਚ ਕੋਈ ਐ ਨਹੀਂ ਕਿ ਤੂੰ ਕੁੜੀ ਦਾ ਬਾਹ ਫੜੀ ਤੇ ਉਧਰੋਂ ਲੈ ਕੇ ਰਜਿਸਟਰੀ ਆਫਿਸ ਤੇ ਚੱਲ ਮੇਰੇ ਨਾਲ ਨਿਕਾਹ ਕਰ। ਇੱਥੇ ਸਾਲਾ ਸਾਲ ਰਹਿੰਦੇ ਨੇ ਨਾਲ, ਔਰ मतलब के जिस्मानी तलक होंदा ये पग टीटा करना पैंदा बड़ जी। फिर जाकर रजिस्ट्री ऑफिस विच उन्हां दे अपना इंदराज करदे ने कि ਅਸੀਂ ਨਿਕਾਹ ਕਰਨਾ। फिर ਉਹ 6 ਮਹੀਨੇ ਸਾਲ ਉਹ ਡੇਟ ਦਿੰਦੇ ਨੇ, ਫਿਰ ਜਾ ਕੇ ਸ਼ਾਦੀ ਹੁੰਦੀ ਹੈ। ਇਸ ਬੰਦੇ ਨੂੰ 1 ਮਿੰਟ ਕਾਲੂ, ਇਸ ਬੰਦੇ ਨੂੰ ਇਹ ਕਸਮ ਚੁਕਾਓ ਕਿ ਤੂੰ ਆਪਣੀ ਬੀਵੀ ਨਾਲ ਰਹਿ, ਤੂੰ ਉਹਦੇ ਨਾਲ ਕੋਈ ਜਿਸਮਾਨੀ ਨਿਕਾਹ ਤੋਂ ਪਹਿਲਾਂ ਤਲਕ ਪੈਦਾ ਨਹੀਂ ਕੀਤਾ। ਕਸਮ ਚੁਕਾਓ। ਇਹ ਕਹਿੰਦਾ ਹੁੰਦਾ ਸੀ ਮਿਸਰੀਆਂ ਨੇ ਕਸਮ ਚੁੱਕੀ ਹੈ ਅਦਾਲਤ 'ਚ, मिर्जा साहब क्यों नहीं चुकते, तू क्यों नहीं चुकता। एक जानी एक लूती ਉਹ ਬੰਦਾ ਆ ਕੇ ਇੱਥੇ ਖਤਮੇ ਨਬੂਵਤ ਦਾ ਨੰਬਰ 1 ਮੁਜਾਹਿਦ ਬਣਿਆ ਤੇ ਉਹਦੇ ਵਿੱਚ ਕਹਿੰਦਾ ਮੈਂ ਨੰਬਰ 1 ਮੁਜਾਹਿਦ। ਉਹਨੇ ਕਿਹਾ ਚੁੱਕ ਕੁਰਾਨ ਕੇ ਤੂੰ ਕਸਮ ਚੁੱਕ ਕਿ ਤੂੰ ਲਵਾਤਤ ਨਹੀਂ ਕੀਤੀ। ਕਹਿੰਦਾ ਕਦੀ ਕਸਮ ਚੁੱਕੀ, ਦੁਨੀਆ ਦਾ ਹਰ ਭੈੜਾ ਕੰਮ ਕੀਤਾ। ਇਹਦਾ ਮਤਲਬ ਹੈ ਕਿ ਉਹਨੇ ਫਾਇਲ ਵੀ ਬਣਦਾ ਰਿਹਾ ਔਰ ਮਫੂਲ ਵੀ ਬਣਦਾ ਰਿਹਾ। मतलब इंग्लिश ਵਿੱਚ ਸਬਜੈਕਟ ਵੀ ਬਣਦਾ ਰਿਹਾ ਤੇ ਆਬਜੈਕਟ ਵੀ ਬਣਦਾ ਰਿਹਾ ਹੈ। ਹਾਂਜੀ ਹਾਂ ਨਾਲੇ ਯਾਰ ਮੈਂ ਉਹ ਇਹਦੇ ਆਪਣੇ ਮੂੰਹ ਦੀ ਵੀ ਗਵਾਹੀ ਹੈ। ਬੱਟ ਸਾਹਿਬ ਇੱਕ ਬੰਦਾ ਕਹਿ ਦਵੇ, ਇੱਕ ਬੰਦਾ ਕੀ ਕਹੀਦਾ ਡੋਚ ਵਿੱਚ ਨਹੀਂ ਪਤਾ, ਤੁਸੀਂ ਦੱਸੋ। ਬੱਟ ਸਾਹਿਬ ਉਲਟਾ ਓਪਨ ਕੀ ਇਹਨੂੰ ਡੋਚ ਕਿਵੇਂ ਕਹਾਂਗੇ ਫਾਇਲ ਮਫੂਲ ਨੂੰ। ਤੂੰ ਥੱਲੇ ਦੇ ਉੱਤੇ ਉਹਨੇ ਜਿਹੜੀ ਕੀਤੀ ਹੈ ਨਾ ਮੈਨੂੰ ਹੁਣ ਸਮਝ ਆਈ, ਮੈਨੂੰ ਹਾਸਾ ਆ ਗਿਆ। ਹੁਣ ਤਾਂ ਉਹ ਕੀ ਕਹਾਂਗੇ। ਦੇਖੋ ਇਲਜ਼ਾਮ ਲਾਇਆ ਇਹਦੇ ਤੇ ਕਿਸੇ ਨੇ, ਫੈਸਲ ਨੇ ਕਿਹਾ ਕਿ ਹਾਂ ਇਹਦਾ ਇਹ ਕੰਮ ਹੈ ਸੀ। ਫਿਰ ਆਬਦ ਹੁਸੈਨ ਨੇ ਕਿਹਾ, ਉਮਰ ਰਬਾਬ ਨੇ ਕਿਹਾ ਕਿ ਹਾਂ ਇਹ ਗਾਂਡੂ ਹੈ। ਹੁਣ ਮੈਂ ਇਹ ਹੈਰਾਨ ਨਾ ਕਿ ਉਮਰ ਰਬਾਬ ਦੇ ਖਿਲਾਫ ਹੈ, ਫੈਸਲ ਦੇ ਖਿਲਾਫ ਹੈ। ਉਹ ਜਿਹੜਾ ਆਬਦ ਹੁਸੈਨ ਉਹ ਖੁਸਰੀ ਹੈ, ਉਹ ਇਹਦੇ ਕੋਲ ਬੈਠਾ ਹੁੰਦਾ ਹੈ। ਯਾਰ ਸਾਰਿਆਂ ਨਾਲ ਵੱਡੀ ਗੱਲ ਫਲਸਫੀ ਇਸ ਚੀਜ਼ ਦਾ ਰੱਖੋ ਕਿ ਹਿਊਮੈਨਿਟੀ ਜਿਹੜਾ ਉਹ ਵੀ ਇਟਲੀ ਦਾ, ਉਹਨੇ ਵੀ ਜਨਾਬ ਤਾਮਨ ਨਹੀਂ ਸੀ ਕੀਤਾ ਤੇ ਕਿਸੇ ਸਿਗਰਟ ਲਾਇਆ ਸੀ। ਇਹ ਵੀ ਇਟਲੀ ਦਾ। ਤੇ ਇਹ ਉਹ ਬੰਦਾ ਜਿਹੜਾ ਕਹਿੰਦਾ ਜੀ ਸੁਹਾਬਾ ਦੇ ਪਿੱਛੇ ਕੋਈ ਗੁਸਤਾਖੀ ਕਰੇ, ਹਿਊਮੈਨਿਟੀ ਦੀ ਗੁਸਤਾਖੀ ਹੈ, ਉਹਦੇ ਨਾਲ ਕਿਉਂ ਜਾ ਕੇ ਬਹਿ ਰਹਿੰਦਾ। ਸੋਚੋ ਜ਼ਰਾ यार जोसेफ मसीह ने गुस्ताखी नहीं की थी, नहीं की थी। मैं इस बंदे ਨੂੰ ਜਿਹੜਾ ਉੱਤੇ ਬੈਠਿਆ ਨਾ ਉੱਥੇ ਰਿਕਾਰਡਿੰਗ ਕਰਵਾਈ ਹੈ ਮੈਂ ਇੱਕ। ਇਹਨੇ ਮੈਨੂੰ ਕਿਹਾ ਸੀ ਕਿ ਨਾਸਰ ਬੱਟ ਮਰਜ਼ੀ ਤੁਮ ਤੋਜੋ ਹੋ, ਅੱਧੀ ਤੋਜੋ ਮੈਂ ਕਰਾਂਗਾ। ਉਹਦੇ ਵਿੱਚ ਮੈਂ ਜੋਸਫ ਦਾ ਜ਼ਿਕਰ ਕੀਤਾ। ਮੈਂ ਕਿਹਾ ਜਿਹੜਾ ਅੱਲਾਹ ਅਕਬਰ ਦੀ ਤੋਹੀਨ ਕਰੇ ਉਹਨੂੰ ਕੋਈ ਡਿਫੈਂਡ ਕਰੇ ਤੇ ਮੇਰੀ ਨਜ਼ਰ 'ਚ ਉਸ ਤੋਂ ਵੱਡਾ ਹਰਾਮ ਦਾ ਕੋਈ ਨਹੀਂ। ਜਿਹੜਾ ਸੂਰਤ ਫਾਤਿਹਾ ਦੀ ਤੋਹੀਨ ਕਰੇ ਤੇ ਉਹਨੂੰ ਡਿਫੈਂਡ ਕਰੇ। ਉਹ ਕਹੇ ਕਿ ਅਹਿਮਦੀਆ ਨੂੰ ਉਹਨੇ ਇਲਜ਼ਾਮੀ ਜਵਾਬ ਦਿੱਤਾ। ਇਲਜ਼ਾਮੀ ਜਵਾਬ ਤੂੰ ਪਹਿਲਾਂ ਦੱਸ ਕੇ ਪਹਿਲਾਂ ਇਲਜ਼ਾਮੀ ਜਵਾਬ ਕੀ ਹੁੰਦਾ, ਤੇ ਉਸ ਤੋਂ ਬਾਅਦ ਜਿਹੜੀ ਉਹ ਨਾ ਸਾਬਤ ਹੋਏ ਤੇ ਡਬਲ ਹਰਾਮ ਦਾ। ਮੈਂ ਕਿਹਾ ਜਿਹੜਾ ਸਿਆਲ ਝੰਗ ਵਾਲੀ ਨੂੰ ਜਿਹਨੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਤੋਹੀਨ ਕੀਤੀ, ਜਿਹਨੇ ਉਮਲ ਮੋਮਨੀਨ ਦੀ ਤੋਹੀਨ ਕੀਤੀ, ਉਹਨੂੰ ਡਿਫੈਂਡ ਕਰੇ, ਉਹ ਹਰਾਮ ਦਾ। ਉਹ ਬੰਦਾ ਹਰਾਮ ਦਾ ਜਿਹਨੂੰ ਇਹ ਪਤਾ ਹੋਵੇ ਕਿ ਇਹਨੇ ਸ਼ਾਤਮੀਅਤ ਕੀਤੀ ਤੇ ਉਹਦੇ ਕੋਲ ਭਜਦਾ ਜਾਏ ਮੇਰੀ ਹਮਾਇਤ ਦਾ ਐਲਾਨ ਕਰਦੀ, ਜਿਹਨੇ ਨਬੀ ਦੇ ਖਿਲਾਫ ਸ਼ਾਤਮੀਅਤ ਕੀਤੀ ਹੋਵੇ। ਫਿਰ ਬਕੌਲ ਅਫਕਾਨੀ ਦੇ ਤੂੰ ਜੱਜ ਬਣਾਇਆ ਭਗਵਾਨ ਨੂੰ,
ਉਹ ਵੀ ਸ਼ਾਤਮ। ਇਹਨੂੰ ਕਿੱਥੇ ਕਿੱਥੇ ਤੇ ਫਿਰ ਸਭ ਨਾਲ ਵੱਡੀ ਇਹਦੀ ਆਪਣੀ ਗਵਾਹੀ ਕਿ ਆਪਣੇ ਪਿਓ ਦੀ ਫੋਟੋ ਵੇਖ ਕੇ ਕਹਿੰਦਾ ਹੋ ਸਕਦਾ ਹੈ ਮੇਰੇ ਵਾਲਦ ਸਾਹਿਬ ਹੋ। 57 ਸਾਲ ਦੀ ਉਮਰ ਹੋ ਚਲੀ ਇਹਨੂੰ ਅਜੇ ਤੱਕ ਬਾਟ ਸਾਹਿਬ ਦੇ ਪਿਓ ਦੇ ਨੇ ਤਸਵੀਰ ਪਛਾਣੀ ਗਈ। ਅੱਲਾ 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 ਹੋ ਸਕਦਾ ਹੈ ਆਪਣੇ ਮਾਂ ਦੇ ਕੀ ਆਖਣਾ ਰਹਿਣ ਦੱਸੋ ਹੁਣ ਉਹਨੂੰ ਪਛਾਣੀ ਗਈ। ਆਹੋ ਉਹ ਵੀ ਨਹੀਂ ਪਛਾਣੀ ਗਈ। ਕਾਰੀਗਰ ਸ਼ਾਤਮੀਅਤ ਕਰਨ ਵਾਲਾ ਹੈ ਨਾ ਸਿਆਲ, ਮੁਫਤੀ ਮੁਬਸ਼ਰ, ਸੀਕਰ, ਇਹ ਜਿੰਨੇ ਨੇ ਅਕਾਜ਼ਮੀ, ਬਲਾਲ ਹਨੀਫ, ਉਹ ਤੇ ਹਰਾਮੀ ਹੈ ਨਾ। ਇਹ ਜਿਹੜਾ ਉਹਨਾਂ ਦੀ ਸਪੋਰਟ ਕਰਦਾ ਹੈ ਇਹ ਮਹਾ ਹਰਾਮੀ ਹੈ। ਇਹ ਹਰਾਮੀਆਂ ਦਾ ਗੁਰੂ ਹੈ। ਇਹ ਮਹਾ ਹਰਾਮੀ ਬੰਦਾ ਹੈ। ਇਸ ਹਰਾਮੀ ਨੇ ਕਿਹਾ, ਇਹ ਹਰਾਮੀ ਦੀਆਂ ਇਤਨੀਆਂ ਵੀਡੀਓ ਮੌਜੂਦ ਨੇ ਮਹਾ ਹਰਾਮੀ ਦੀਆਂ। ਇਹਨੇ ਕਿਹਾ ਕਿ ਔਰਤ ਨੂੰ ਨੰਗਾ ਕਰ ਦਿਓ, ਸ਼ਰੀਅਤ ਵਿੱਚ ਜਾਇਜ਼ ਹੈ। ਮੈਂ ਦਲੀਲਾਂ ਦੇ ਰਿਹਾ ਬਹਿ ਕੇ ਕਿ ਮੈਂ ਕਿਸ ਰੰਗ ਵਿੱਚ ਕਿਹਾ ਤੇ ਮੈਂ ਕਿਸ ਰੰਗ ਵਿੱਚ ਕਿਹਾ। ਨਹੀਂ ਮੈਂ ਇਹ ਸਵਾਲ ਮੈਂ ਅੱਗੇ ਵੀ ਕਈ ਵਾਰੀ ਆਪਣੇ ਅਹਿਮਦੀਆਂ ਨੂੰ ਕਿਹਾ, ਕਈ ਵਾਰੀ ਹੁੰਦਾ ਨੇ ਸਾਡੇ ਅਹਿਮਦੀ ਨੇ ਆਪਣਾ ਰੋਲਾ ਪਾਉਣ ਵਾਸਤੇ ਉਸ ਗੱਲ ਨੂੰ ਨਾ ਨਾਰਮਲ ਨਹੀਂ ਲੈਂਦਾ। ਮੈਂ ਕਿਹਾ ਸੀ ਕਿ ਮੈਨੂੰ ਇਹ ਦੱਸ ਕਿ ਸੁਨਨਤ ਜਿਹੜੀ ਹੈ ਕਿਸੇ ਉਜ਼ਰ ਜਾਂ ਮਜਬੂਰੀ ਦੇ ਬਣਾ ਤੇ ਕੀਤੇ ਹੋਏ ਕੰਮ ਨੂੰ ਤੂੰ ਸੁਨਨਤ ਆਖੇਗਾ, ਉਹ ਚਾਹੇ ਇੱਕ ਵਾਰੀ ਹੋਵੇ ਚਾਹੇ 10 ਵਾਰੀ ਹੋਵੇ। ਮੈਂ ਹਦੀਸ ਭੇਜੀ ਸੀ, ਮੈਂ ਉਸ ਬੰਦੇ ਨੂੰ ਕਿਹਾ ਸੀ ਕਿ ਹਦੀਸ ਨਾ ਨੂੰ ਦੇਈ। ਪਹਿਲਾਂ ਤੇ ਕੋਲ ਇਹ ਗੱਲ ਕਢਾ, ਪਹਿਲਾਂ ਤੇ ਉਹਨਾਂ ਦਾ ਕੀ ਜੀ ਤਲਕ ਇਸ ਗੱਲ ਨਾਲ, ਕਿਧਰੋਂ ਫਿਰ ਪੜਿਆ ਤੇ ਉਹਦਾ ਜਿਹੜੇ ਜਵਾਬ ਦਿੱਤੇ ਸੋ ਮੇਰੇ ਕੋਲ ਪਏ ਨੇ। ਸਾਡੇ ਅਹਿਮਦੀ ਕੀ ਕਰਦੇ ਨੇ, ਸਾਡੇ ਅਹਿਮਦੀ ਉਸ ਤਰ੍ਹਾਂ ਉਹਨੂੰ ਜਵਾਬ ਨਹੀਂ ਦਿੰਦੇ, ਉਂਝ ਪ੍ਰੋਪਗੈਂਡਾ ਨਹੀਂ ਕਰਦੇ। ਮੈਂ ਤਾਂ ਕਹਿੰਦਾ ਰੋਜ਼ ਲਾਓ, ਰੋਜ਼ ਜੁੱਤੀ ਖਾਣੀ ਇਹਨੂੰ ਕਰੋ। ਉਹ ਮੇਰੇ ਕੋਲ ਜਵਾਬ ਪਏ ਨੇ। ਉਹਦੇ ਚ ਇਹ ਕਹਿੰਦਾ ਕਿ ਨਹੀਂ ਜੀ ਉਹ ਕੋਈ ਰੋਜ਼ ਦਾ ਕੰਮ ਥੋੜਾ ਸੀ, ਮਤਲਬ ਹੈ ਕਿ ਕੁਛ ਉਹ ਇੱਕ ਵਾਰੀ ਹੋਇਆ ਤੇ ਇਹ ਉਹ। ਉਹਦੇ ਚ ਕਹਿਣ ਦਾ ਮਤਲਬ ਹੈ ਕਿ ਉਹਨੂੰ ਇੰਜ ਰੋਜ਼ ਦਾ ਕੰਮ ਨਹੀਂ ਸੀ। ਉਹ ਸੁਣਾ ਦਾਂਗਾ, ਸੁਣ ਲਿਓ। ਇਹ ਦੋਵਾਂ ਸੂਰਤਾਂ 'ਚ ਫਸਦਾ। ਹਾਂ ਕਵੇ ਤਾਂ ਵੀ ਫਸਦਾ ਸੀ ਤੇ ਨਾ ਕਰੇ ਤਾਂ ਵੀ ਫਸਦਾ ਸੀ। ਉਹ ਬੱਟ ਸਾਹਿਬ ਤੁਸੀਂ ਫਿਰ ਉਸ ਪਾਸੇ ਟੁਰ ਜਾਂਦੇ ਹੋ ਸੁਨਨਤ ਵਾਲੀ ਗੱਲ ਤੇ ਵੇ ਸ਼ਰੀਅਤ ਦੀ। ਉਹ ਕਹਿੰਦਾ ਸ਼ਰੀਅਤ ਜੇ ਉਹ ਕਹਿੰਦਾ ਇਹ ਸ਼ਰੀਅਤ में था, सुन्नत ਤੇ ਆਂਦੀ ਬਹੁਤ ਬਾਅਦ ਚ ਸ਼ਰੀਅਤ ਤੇ ਸਾਬਤ ਕਰੇ। ਮੇਰਾ ਵੀਰ ਮੁਬਸ਼ਰ ਸ਼ਰੀਅਤ ਦਾ ਵੀ ਸਵਾਲ ਸੀ। ਮੈਂ ਕਿਹਾ ਸ਼ਰੀਅਤ ਚ ਉਹਨੇ ਸ਼ਾਮਲ ਕੀਤਾ ਉਹਨੇ ਸ਼ਰੀਅਤ ਦਾ, ਕਿਉਂਕਿ ਮੈਂ ਵਿੱਚ ਸਵਾਲ ਕੀਤੇ ਆ। ਆਹੋ ਗੱਲ ਤੇ ਪਹਿਲੇ ਤੇ ਸ਼ਰੀਅਤ ਤੋਂ ਸਾਬਤ ਸ਼ਰੀਅਤ ਵੀ ਸਾਬਤ ਕਰਨੀ ਹੈ। ਆਹੋ ਉਹਨੇ ਇਸ ਤਰ੍ਹਾਂ ਨੇ ਕੀਤੀ ਹੈ ਕਿ ਉਹਦੇ ਚ ਪੋਲਾ ਮੰਨਿਆ ਕਿ ਨਹੀਂ। ਉਹਦੇ ਵਿੱਚ ਇਹਨੇ ਜੇ ਮੈਂ ਕਿਹਾ ਜੇ ਨਹੀਂ ਤੇ ਹਜ਼ਰਤ ਅਲੀ ਦੀ ਸੁਨਨਤ ਨੇ ਕਿਉਂ ਕੀਤੀ ਤੇ ਸ਼ਰੀਅਤ ਦਾ ਤੇ ਕੋਲ ਪੁੱਛੀ ਸ਼ਰੀਅਤ ਕਿੱਥੇ। ਜੇ ਹਜ਼ਰਤ ਅਲੀ ਦੀ ਸੁਨਨਤ ਸਾਬਤ ਵੀ ਹੋ ਜਾਏ ਤੇ ਉਹ ਸ਼ਰੀਅਤ ਚ ਕਿੰਜ ਜਾਇਜ਼ ਹੋ ਜਾਂਦਾ ਜੀ? ਸਾਬਤ ਵੀ ਨਹੀਂ ਹੁੰਦੀ ਨਾ ਸ਼ਰੀਅਤ ਨਾ ਸੁਨਨਤ, ਦੋਏ ਸਾਬਤ ਨਹੀਂ ਹੁੰਦੀ। ਕੁੱਤੇ ਹਾਰ ਭੌਂਕਣਾ ਤੇ ਕੱਲ ਤੇ ਮੈਂ ਬਰਾੜ ਲਾਣੀ ਹੈ ਇੱਥੇ। ਮੈਂ ਥੋੜੀ ਜਿਹੀ ਇਤਿਆਦ ਕਰ ਜਾਣਾ। ਕੱਲ ਜਿਹੜੀਆਂ ਨੇ ਬਕਵਾਸ ਕੀਤੀ ਹੈ ਨਾ ਮੁਸਲਮਾਨ ਜਿਹੜੇ ਨੇ ਮੌਜਜ਼ਾ ਸਿਰਫ 1 ਮਿੰਟ ਦੇਗਾ ਬਸ ਸਾਫੀ ਕਰ ਲੋ ਗੱਲ। ਕੱਲ ਜਿਹੜੀ ਇੱਥੇ ਜਿਹੜੇ ਬਜ਼ੁਰਗ ਆਏ ਸਨ ਨਾ ਜਿਨ੍ਹਾਂ ਨੂੰ ਸਕੂਨ ਨਹੀਂ ਆਉਂਦਾ ਉੱਥੋਂ ਜਾਇਓ ਬਗੈਰ, ਉੱਥੇ ਕਰਵਾ ਕੇ ਆਏ ਨਾ ਬਕਵਾਸ। ਹੁਣ ਮੈਂ ਕੱਲ ਹਵਾਲੇ ਕੱਢ ਲੈਣੇ ਸਾਰੇ। ਮੈਂ ਕਹਿਣਾ ਹੁਣ ਇਹਨਾਂ ਤੇ ਉਸੇ ਤਰ੍ਹਾਂ ਬਕਵਾਸ ਕਰਕੇ ਵਹਾ ਜਿੰਜ ਉਦੋਂ ਉੱਥੇ ਕਿਤੇ ਹੀ ਬਕਵਾਸ। ਇਹਨੂੰ ਕੱਲ ਲਿੱਤਰ ਪੋਲਾ ਮੈਂ ਕਰਾਂਗਾ। ਬਗੈਰ ਦਾ ਬੱਚਾ ਸਮਝਦਾ ਇਹਨੂੰ ਕੋਈ ਜਵਾਬ ਨਹੀਂ ਦਿੰਦਾ ਤੇ ਕੁੱਤੇ ਹਾਰ ਭੌਂਕਦਾ ਜਾਂਦਾ। ਅੱਧੀ ਅੰਗੂਠਾ ਰੱਖੋ ਸੰਗੀ ਤੇ। ਕੱਲ ਮੈਂ ਕੱਢ ਕੇ ਰੱਖਣਾ। ਮੈਂ ਕਹਿਣਾ ਹੁਣ ਜੇ ਤੂੰ ਪਿਓ ਦਾ ਤੁਖਮ ਹੈ ਤੇ ਬੋਲ ਕੇ ਵਹਾ ਤੇ ਮੈਂ ਫੇਰ ਸਾਬਤ ਕਰਾਂਗਾ ਕਿ ਪਿਓ ਦਾ ਤੁਖਮ ਨਹੀਂ ਹੈ। ਜੀ ਸਾਫੀ ਭਾਈ। ਬਾਟ ਸਾਹਿਬ ਗੱਲ ਇਹ ਸੀਗੀ ਕਿ ਇਹ ਜਦੋਂ ਕਹਿੰਦੇ ਨੇ ਮੌਜਜ਼ਾ ਤੇ ਇਹ ਜ਼ਿੰਦਾ ਮੌਜਜ਼ਾ ਵੇਖੋ ਇਹਦਾ ਆਮਰ ਨਜ਼ੀਰ ਦਾ ਸਰਕਾਰੀਓ ਬਲਾਲ ਹਨੀਫ ਉਹਦੇ ਸ਼ਾਗਿਰਦਾ ਸ਼ੁਏਬ ਰਾਜਾ ਕਿ ਉਹਨੇ ਮੁਸਲਮਾਨ ਔਰਤ ਨੂੰ ਨੰਗਾ ਕਰਨਾ ਉਹਨੇ ਕਹਿਤਾ ਹੈ ਇਹ ਸ਼ਰੀਅਤ ਮੁਹੰਮਦੀ ਹੈ, ਸੁन्नत ਮੁਹੰਮਦੀ ਹੈ। ਇਹ ਉਹਦਾ ਮੌਜਜ਼ਾ ਹੈ ਨਾ। ਇਹ ਉਹਨੂੰ ਖੁਦਾ ਨੇ ਦੱਸਿਆ ਹੈ ਆਪੇ ਕਿ ਇਹ ਸ਼ਰੀਅਤ ਹੈਗੀ ਹੈ। ਨਹੀਂ ਤਾਂ ਸਾਨੂੰ ਵਿਖਾਵੇ, ਨਹੀਂ ਤਾਂ ਮੰਨੇ ਕਿ ਉਹਨੇ ਗੁਸਤਾਖੀ ਕੀਤੀ। ਮੰਨਣਾ ਉਹਨੇ ਹੈ ਨਹੀਂ। ਹੁਣ ਦਲੀਲਾਂ ਪੇਸ਼ ਕਰ ਰਿਹਾ ਹੈ ਮੈਂ ਇਸ ਰੰਗ ਵਿੱਚ ਕਿਹਾ ਸੀ, ਮੈਂ ਐਵੇਂ ਕਿਹਾ ਸੀ। ਨਹੀਂ, ਤੂੰ ਕਿਹਾ ਸੀ ਇਸ ਔਰਤ को नंगा करना ਤੇ ਤੂੰ ਮਿਸਾਲ ਦਿੱਤੀ ਸੀ ਹਜ਼ਰਤ ਅਲੀ ਦੀ। ਹਜ਼ਰਤ ਅਲੀ ਨੇ ਉਸ ਔਰਤ ਨੂੰ ਕੀ ਕਿਹਾ ਸੀ ਕਿ ਹਮ ਤੁਹਾਡੇ ਕੱਪੜੇ ਉਤਾਰ ਦੇਂਗੇ। ਤੇ ਤੂੰ ਉਸੇ ਸੈਂਸ ਵਿੱਚ ਗੱਲ ਕੀਤੀ ਸੀ ਕਿ ਇਹਦੇ ਵੀ ਅਸੀਂ ਕੱਪੜੇ ਲਾ ਦੇਵਾਂਗੇ ਜੇ ਤੈਨੂੰ ਮੈਂ ਨੰਗਾ ਕਰ ਦਿਆਂਗਾ। ਤੈਨੂੰ ਮੈਂ ਨੰਗਾ ਕਰ ਦਿੱਤਾ ਹੈ। ਉਹ ਬਗੈਰਤਾ ਤੂੰ ਸ਼ਾਤਮੀਤਾ ਕਰੇ, ਤੂੰ ਅੱਲਾ ਦੇ ਰਸੂਲ ਦੀ ਆਵਾਜ਼ ਨਹੀਂ ਆ ਰਹੀ। ਸੈਫੀ ਭਾਈ ਤੁਹਾਡੀ ਆਵਾਜ਼ ਨਹੀਂ ਆ ਰਹੀ।
ਉਹ ਮੈਂ ਭੇਜੀ ਸੀ ਇਰਫਾਨ ਭਾਈ, ਤਸਵੀਰ ਚੈੱਕ ਕਰੋ ਹਾਂ। ਠੀਕ ਹੈ, ਦੇਖੀ ਮੈਂ ਵੇਖ ਲਾ ਕੇ ਵੇਖਣਾ ਵਾ। ਮੈਂ ਤੈਨੂੰ ਉਹਦਾ ਜਵਾਬ ਜਿਹੜੇ ਨੇ ਦਿੱਤੇ ਨਾ ਇਰਫਾਨ, ਮੈਂ ਤੈਨੂੰ ਉਹ ਵੀ ਸੈਂਡ ਕਰ ਦੇਵਾਂਗਾ। नहीं वो तुम्हें भेजे नहीं है ग्रुप च। हाँ बिल्कुल, नबूवत का एक नंबर मजाक लवात करने और करवाने में मुलव्वस है। हुन नाल वीडियो चलेगी ते नाल ये चलेगा, बल्ले बल्ले। तो हिंदू हिंदू पंडित लेख राम अमर नजीर लेख राम इंज क्या करो। है ਮੈਂ ਤਸਵੀਰ ਭੇਜੋ, ਮੈਂ ਇਹਦੇ ਨਾਲ ਇਹਦੇ ਵਿੱਚ ਤਸਵੀਰ ਦੇ ਉੱਤੇ ਉਹਦੀ ਤਸਵੀਰ ਸੈੱਟ ਕਰਨਾ, ਨਾਲ ਇਧਰ ਮੁਖਤਾਰ ਲਿਖਿਆ ਆਏਗਾ। अच्छा भेज दो, ਭੇਜੋ ਜ਼ਰਾ ਇਹਦੇ ਨਾਲ। ਉੱਥੇ ਸੌਟੀ ਦਾ ਲਿਖਿਆ, ਉਸ ਕੰਮ ਦਾ ਨਹੀਂ ਲਿਖਿਆ ਜਿੱਦਾਂ ਅਮਰ ਨਜ਼ੀਰ ਨੂੰ ਤਰੋਟਕ ਹੁੰਦੀ ਹੈ। सोटियां भी आ जाएंगी। यार ये तो बहुत खतरनाक किताब है इरफान भाई। मैं एक सही गल जेड़ा ना 12 मामा ने भी टंगिया उन्हें भाई साहब जेड़े शमिंटी थल्ले बैठा है ना। हाँ जी सीटा WhatsApp लो आंदा रहा पिछले पिछवाड़े च थल्ले आया आराम तावन नहीं सी ना कीता, तावन ने से कीता बेचारे ने मत्थे ते सट लवा ले। अमर नजीर आंदी जेड़ी वालदा दी उन्होंने वेखना होवे कि कुवारी है कि नहीं कुवारी। पता ही ऐसे फतवे च है कि अंडे नाल चेक करांदे ने। जी जी है वा फतवा। मीर आ गया, मीर आ गया, मीर भी है, मीर नाम दा भी हिसाब होंदा। नाइस भाई आए ने ते मैं उन्होंने पूछना ही कि बराड़ नहीं ला रहे, अज बराड़ लाओ। उन्होंने एक दो सवाल है ने तो उन्होंने जवाब दे छड़ी अज। अपना नाइस भाई पता नहीं की करके चेक कर देना WhatsApp एक गंदी है। नहीं मैं कल ला के ते मैं कल ने जेड़ी अमर नजीर ने WhatsApp आंडा केड़ा आंडा आंडे वाली वीडियो भी मेनू सेंड करे। हमेशा कह दांगे कुत्ते वाला नस्ल के, लेकिन नस्ल नहीं दसते। उत्थे भी उन्होंने अंडा नहीं दसया कि शुतुरमुर्ग दा दे के चेक करना है। चलो पढ़वा लो फिर अच्छी आई अंडे का ही जिक्र है बस। तो मैं पूछना अमर नजीर को तेरी खवातीन का जिक्र आया है जी। हां तो मैं ਉਹਦੇ ਕੋਲ ਅਮਰ ਨਜ਼ੀਰ ਕੋਲ ਪੁੱਛਣਾ ਕਿ ਤੇਰੀ ਵੀ ਮੈਨੂੰ ਚੈੱਕ ਕੀਤਾ ਸੀ ਕਿ ਨਹੀਂ। ਬਾਰ ਸਾਹਿਬ ਮੈਨੂੰ ਮੇਰੇ ਜ਼ਿਹਨ ਚ ਪਤਾ ਨਹੀਂ ਸੀ ਫਰਕਾਨ ਭਾਈ ਨੇ ਦੱਸੇ ਉਹ ਕੋਈ ਤਾਰ ਵਾਲਾ ਵੀ ਹੈਗਾ ਹੀ ਸਿਸਟਮ ਕਿ ਕਿਦੀ ਤਾਰ ਉੱਤੇ ਤੱਕ ਜਾਂਦੀ। ਉਹਦੇ ਜੇ ਕੰਨ ਤੇ ਜਿਹੜੀ ਧਾਰ ਮਾਰਨੀ ਹੁੰਦੀ ਨਾ ਉਹਦੇ ਚ ਵਾਸਤਾ ਕੁਆਰ ਉਹ ਇਹਨਾਂ ਦੇ ਬੇਸ਼ੁਮਾਰ ਗੰਦੇ ਫਤਵੇ ਨੇ WhatsApp ਉਹਦੇ ਚ ਕੋਈ ਬੰਦਾ ਵਾਸਤਾ ਫਰ ਮੈਂ ਫਤਵੇ ਕੱਢ ਕੇ ਤੇ ਮੈਂ ਪੁੱਛਣਾ ਅਮਰ ਨਜ਼ੀਰ ਤੇਰੀ ਅੰਮੀ ਨਾਲ ਹੋਇਆ ਸੀ ਇੰਜ ਬੁਢਾਪੇ ਚ ਕਿੱਥੋਂ ਕਿੰਨੇ ਕੁ ਦੂਰ ਤੱਕ ਜਾਂਦੀ ਸਪੀਡ। ਉਹ ਅਹਿਮਦ ਕੀ ਨਾ ਉਹਦਾ ਨਾ ਅਸ਼ਰਫ ਅਲੀ ਥਾਨਵੀ ਦਾ ਵੀ ਨੁਸਖਾ ਮੈਂ ਪੁੱਛਣਾ ਕਿ ਚੈੱਕ ਕੀਤਾ ਸੀ, ਟੈਸਟ ਕੀਤਾ ਸੀ। ਇਜਮਾ ਹੈ ਨਾ ਤੁਹਾਡਾ। ਹੁਣ ਸਾਰੇ ਫਤਵੇ ਮੈਂ ਉਹਦੇ ਕੋਲ ਪੁੱਛਣਾ ਕਰਨੇ ਨੇ। ਵੇਖਿਆ ਦੀ ਚੀਕਾਂ ਨਿਕਲਦੀ ਹੈ। अस्सलाम वालेकुम। वालेकुम सलाम। ऊपर आकर बात कर लेना अगर आपके पास हो। ठीक है इमरान तेरे सामने केड़ा आवे भाई एडा कुछ एडा कमला कोई नहीं आया तेरे सामने आने वाला बंदा। ओपन आइज में कह रहे हैं वो थले लिखन। अच्छा अच्छा वो ते अपने बंदे ने के वो ते जवाब तो देना ना जवाब दे आ जान कोई बात नहीं। बी लाइव फ्रॉम ਉਹ ਕਹਿੰਦੇ ਨੇ ਮੇਰੇ ਕੋਲ ਆਵਾਂਗਾ ਦਿੱਲੀ ਫੇਰ ਹੀ ਹੈ ਨਾ। ਇਮਰਾਨ ਹੌਲਾ ਹੱਥ ਇਹਨਾਂ ਨੇ ਕੁਝ ਕਹਿਣਾ ਆਪਣੇ ਓਏ ਸਾਨੂੰ ਵੀ ਪਤਾ ਹੈ। ਓਏ ਉਹਨਾਂ ਉਂਝ ਗੱਲ ਕਰਨ ਦੇ ਇਹਨਾਂ ਦੀ ਬਰਾੜ ਦੇ ਕੋਈ ਸਵਾਲ ਸੂਲ ਪੜਨੇ ਤਾਂ ਭਾਈ ਦੇ ਸਾਡੇ ਆਪਣੇ ਭਾਈਆਂ ਦੀ ਦੂਜਿਆਂ ਦਾ ਮੈਂ ਕਿਹਾ WhatsApp ਮੈਂ ਕਹਿਣ ਲੱਗਾ ਮੈਂ ਫਤਵੇ ਦੇ ਦੋ ਤੇ ਪੜ ਇਮਰਾਨ ਦੇਗਾ ਇਹਨਾਂ ਦੇ ਘਰ ਇਮਰਾਨ ਦਿੰਦਾ ਕੰਮ ਨਾ। ਜਦੋਂ ਇਮਰਾਨ ਆ ਜਾਏ ਨਾ ਉਹਦੇ ਤੇ ਸਾਹ ਸੁੱਕ ਜਾਂਦੇ ਨੇ। ਮੋੜ ਅਮਰ ਨਜ਼ੀਰ ਆ ਨਾ ਉਹਦਾ ਮੈਂ ਵੇਖਣਾ ਸ਼ਕਲ ਵੇਖਣ ਵਾਲੀ ਹੁੰਦੀ ਹੈ। ਜਦ ਭਜਦਾ ਉਥੋਂ ਫੌਰਨ ਇਮਰਾਨ ਤੋਂ ਵੀ ਉਹਦਾ ਪਿੱਛਾ ਹੀ ਕਰਨਾ ਜਿੱਥੇ ਹੋਵੇ ਨਜ਼ਰ ਆਵੇ ਤੇ ਪਿੱਛੇ ਚੱਲ ਜਾਂਦਾ ਉਹਦੇ ਚੱਲ ਵੀ ਉਹਨੂੰ ਅੱਗੇ ਦੌੜਨਾ ਪੈਂਦਾ। ਤੇ ਆਏ ਤਾਂ ਸਹੀ ਮੈਨੂੰ ਕੇਰਾਂਗਾ ਦੇਖ ਗੰਦੇ ਜਿਹੇ ਲੋਕ ਨੇ ਕੋਈ ਜ਼ੁਬਾਨ ਸਹੀ ਬਿਲਕੁਲ ਸਹੀ।
ਆਪਣੀ